ਗੁਰਦੇਵ ਸਿੰਘ ਨੂੰ ਅਰੈਸਟ ਕੀਤਾ ਜਾਂਦਾ, ਇੰਟੈਰੋਗੇਟ ਕੀਤਾ ਜਾਂਦਾ, ਚਲਾਨ ਪੇਸ਼ ਕੀਤਾ ਜਾਂਦਾ। FIR ਵਿੱਚ, ਚਲਾਨ ਵਿੱਚ, ਉਸ ਤੋਂ ਬਾਅਦ ਗਵਾਹੀਆਂ ਹੁੰਦੀਆਂ। 2015 ਤੋਂ ਲੈ ਕੇ 17 ਤੱਕ ਕੇਸ ਚੱਲਦਾ। 2 ਸਾਲ ਮੇਰੇ ਫਾਦਰ ਦਾ ਨਾਮ ਨਹੀਂ ਆ। ਉਦੋਂ ਇਹਨੇ ਮੈਨੂੰ ਕਿਹਾ, ਗੁਰਦੇਵ ਸਿੰਘ ਨੇ, ਕਿ ਖੈਰਾ ਕਿੰਗ ਪਿਨ ਹੈ, ਇਹ ਸਾਰਾ ਡਰੱਗ ਡੀਲ, ਸਾਰਾ ਡਰੱਗ ਮਾਫੀਆ ਖੈਰਾ ਦੇ ਥੱਲੇ ਹੈ, ਕੁਛ ਇਦਾਂ ਦਾ ਉਹਨਾਂ ਨੇ ਬਿਆਨ ਕਰ ਦਿੱਤਾ। 2 ਸਾਲ ਇਹ ਚੁੱਪ ਕਿਉਂ ਰਹੇ? ਅੱਜ ਤੋਂ ਬਾਅਦ ਕਦੀ ਕੋਈ ਸਿੱਖ ਲੀਡਰ ਖੜੇ ਹੋ ਕੇ ਆਪਣੇ ਕੌਮ ਵਾਸਤੇ, ਆਪਣੇ ਲੋਕਾਂ ਵਾਸਤੇ ਇੱਕ ਗੱਲ ਨਾ ਕਰੇ। ਇਹ ਕੇਸ ਦੇ ਵਿੱਚ ਇਹ ਵੀ ਹੈ ਕਿ ਤੁਸੀਂ ਜਿਹੜਾ ਮਨੀ ਲਾਂਡਰਿੰਗ ਕੀਤੀ ਆ, ਬਾਹਰ ਜਾ ਕੇ ਪੈਸਾ ਇਕੱਠਾ ਕੀਤਾ, ਉਹਦਾ ਕੀ ਮਤਲਬ? ਮੇਰੇ ਫਾਦਰ ਦਾ ਨਾਮ FIR 'ਚ ਨਾ ਸਾਡਾ ਚਲਾਨ, ਕਈ ਚਲਾਨ ਪੇਸ਼ ਹੋਏ, ਸਾਡਾ ਨਾਮ ਕਿਉਂ ਨਹੀਂ ਆਇਆ ਕਿਤੇ? ਜੇ ਇਹਨਾਂ ਨੇ ਨਾਮ ਲੈਣਾ ਹੁੰਦਾ 2015 ਮਾਰਚ ਵਿੱਚ ਸਾਡਾ ਨਾਮ ਆਉਣਾ ਚਾਹੀਦਾ ਸੀ। ਜੋ ਰੇਡ ਹੋਈ ਉਹ ਅਨਕਨਸਟੀਟਿਊਸ਼ਨਲ ਸੀ, ਉਹ ਸੁਪਰੀਮ ਕੋਰਟ ਦੇ ਆਰਡਰ ਦੀ ਉਲੰਘਣਾ ਸੀ। ਉਹਨਾਂ ਕੋਲ ਇੰਨੀ ਜ਼ਿਆਦਾ ਪਾਵਰ ਦਿੱਤੀ ਗਈ ਹੈ, ਉਹ ਸੁਪਰੀਮ ਕੋਰਟ ਦੇ ਆਰਡਰ ਦੇ ਉੱਤੋਂ ਛਾਲ ਮਾਰ ਕੇ ਅੱਜ ਸਾਡੇ ਘਰ ਆ ਕੇ ਉਹਨਾਂ ਨੇ ਛਾਪਾ ਮਾਰਿਆ। ਮੇਰੇ ਫਾਦਰ ਨੇ ਆਪਣੀ ਜ਼ਮੀਨ ਤੇ ਲੋਨ ਲੈ ਕੇ ਲਿਮਿਟ ਚੱਕ ਕੇ ਮੇਰੀ ਪਹਿਲੀ ਸਿਸਟਰ ਦਾ ਵਿਆਹ ਕਰਾਇਆ, 1 ਕਰੋੜ ਰੁਪਏ ਦੀ ਲਿਮਿਟ ਚੱਕ। ਹੁਣ ਇਹਨਾਂ ਨੇ ਕੈਲਕੂਲੇਸ਼ਨ ਕੀਤੀ ਕਿ ਤੁਹਾਡਾ ਆਮਦਨ X ਹੈ ਤੇ ਤੁਸੀਂ 3 ਕਰੋੜ ਕੁਛ ਰੁਪਏ ਜ਼ਿਆਦਾ ਖਰਚਾ ਕੀਤਾ। 3 ਕਰੋੜ ਰੁਪਏ ਦਾ ਤਾਂ ਸਾਡੇ ਲੋਨ, ਕੱਲੀ ਚੀਜ਼ ਦਾ ਜਵਾਬ ਦੇ ਚੁੱਕੇ ਮੇਰੇ ਫਾਦਰ ਹਾਈ ਉੱਥੇ ED ਦੇ ਕੋਲ ਜਾ ਕੇ। ਜਿਹੜਾ ਬੰਦਾ ਮਨੀ ਲਾਂਡਰਿੰਗ ਕਰਦਾ ਹੋਏ, ਕਰੋੜਾਂ ਦੇ ਉਹਦੀ ਤੋਂ ਕੁਝ ਹੋਵੇ ਪੈਸਾ, ਤਾਂ ਉਹ 20 ਲੱਖ ਰੁਪਏ ਐਵੇਂ ਵੇਸਟ ਕਰੀ ਜਾਊਗਾ ਯਾਰ। ਕਿਹੜੇ ਬੰਦੇ ਨੂੰ ਚੰਗਾ ਲੱਗਦਾ ਕਿ ਮੇਰੇ ਸਿਰ ਤੇ ਲਾਇਬਿਲਿਟੀ ਹੋਵੇ? ਮੈਨੂੰ ਤਾਂ ਕੋਈ ਗੱਲ ਹੀ ਨਹੀਂ ਸਮਝ ਆਈ ਕਿ ਜੇ ਤੁਸੀਂ ਇਦਾਂ ਹੀ ਕਾਰਵਾਈ ਤੇ ਇਦਾਂ ਹੀ ਟ੍ਰਾਇਲ ਤੇ ਇਦਾਂ ਹੀ ਅਰੈਸਟ ਪਾਣੀ ਤਾਂ ਦਫਾ ਕਰੋ ਯਾਰ। ਸਾਡੇ 5 ਸਾਲ ਵੀ ਵੇਸਟ ਕੀਤੇ। ਸਾਨੂੰ ਸਿੱਧਾ ਜਾ ਕੇ ਕੋਰਟਾਂ 'ਚ ਭੇਜੋ, ਅਸੀਂ ਦੇਖਦੇ ਹਾਂ ਕਿੱਦਾਂ ਸਿੱਖ ਲੈਂਦੇ ਹਾਂ। ਆਮ ਆਦਮੀ ਪਾਰਟੀ ਦਾ ਸੈਕਟਰੀ ਨੂੰ ਸਮਨ ਕੀਤਾ। ਉਹ ਆ ਕੇ ਕਹਿੰਦਾ ਕਿ ਜੇ ਅਸੀਂ ਭੇਜਿਆ ਹੀ ਨਹੀਂ ਕਦੀ ਇਹਨੂੰ ਕਿਸੇ ਕਿਤੇ, ਕੋਰਾ ਨਾ ਕਰ ਗਿਆ। ਮਤਲਬ ਕਿ ਆਮ ਆਦਮੀ ਵਾਲੇ ਮੁੱਕਰ ਹੀ ਗਏ, ਕੋਰੀ ਨਾ। 10 ਤਰੀਕ ਨੂੰ ਉਹਨਾਂ ਦਾ ਸਮਨ ਸੀਗਾ। 10 ਤਰੀਕ ਨੂੰ ਉਹਨਾਂ ਨੇ ਪੇਸ਼ ਹੋਏ। ਉਹਨਾਂ ਨੇ ਕਿਹਾ ਕਿ ਤੁਸੀਂ ਮੇਰਾ ਰਿਕਾਰਡ ਕਰੋ। ਉਹਨਾਂ ਨੇ ਆਨਸਰ ਨਹੀਂ ਰਿਕਾਰਡ ਕੀਤਾ ED ਨੇ, ਇਹ $1 ਲੱਖ ਵਾਲੀ ਗੱਲ ਤੇ। ਉਹਨਾਂ ਨੇ ਸਾਰਾ ਇੱਕ ਈਮੇਲ ਲਿਖੀ, ਨਾਲ ਸਾਰੀਆਂ ਫੋਟੋਆਂ ਲਾਈਆਂ। ਟੋਪੀ ਵਾਲੇ ਬੰਦੇ ਟੇਬਲਾਂ ਤੇ ਬੈਠੇ ਪੈਸੇ ਗਿਣ ਰਹੇ ਨੇ। ਫੋਰਨ ਫੰਡਿੰਗ ਨੂੰ ਬਲੈਕ ਮਨੀ ਬਣਾ ਕੇ ਉਹਨਾਂ ਨੇ ਮੇਰੇ ਫਾਦਰ ਨੂੰ ਅਰੈਸਟ ਕੀਤਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਪ੍ਰੀਤ ਕੋਟਲੀ ਤੇ ਇਸ ਵਕਤ ਮੌਜੂਦ ਹਾਂ ਸਰਦਾਰ ਸੁਖਪਾਲ ਸਿੰਘ ਜੀ ਖਹਿਰਾ ਦੇ ਗ੍ਰਹਿ ਨਿਵਾਸ ਵਿਖੇ, ਚੰਡੀਗੜ੍ਹ ਵਿਖੇ। ਮੇਰੇ ਨਾਲ ਉਹਨਾਂ ਦੇ ਜਿਹੜੇ ਸਪੁੱਤਰ ਨੇ ਮਹਿਤਾਬ ਸਿੰਘ ਖਹਿਰਾ, ਉਹ ਮੌਜੂਦ ਰਹਿਣਗੇ। ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਸੁਖਪਾਲ ਸਿੰਘ ਖਹਿਰਾ ਨੂੰ ਜਿਹੜਾ ਹੈਗਾ ED ਵੱਲੋਂ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਹੋਇਆ। ਤੇ ਕੀ ਹੈ ਕੇਸ ਤੇ ਕੀ ਉਹ ਪੰਜਾਬੀਆਂ ਤੋਂ ਉਮੀਦ ਕਰਦੇ ਨੇ, ਕਿਉਂਕਿ ਇਸ ਤੋਂ ਪਹਿਲਾਂ ਚਾਹੇ ਉਹ ਸਿਆਸਤ ਦੇ ਵਿੱਚ ਸਿਆਸਤ ਦੇ ਵਿੱਚ ਗਿਲੇ ਸ਼ਿਕਵੇ ਹਰੇਕ ਦੇ ਹਰੇਕ ਨਾਲ ਹੋ ਸਕਦੇ ਆ। ਹੋ ਸਕਦਾ ਮੇਰੀ ਵਿਚਾਰਧਾਰਾ ਤੁਹਾਡੇ ਨਾਲ ਮੈਚ ਨਾ ਖਾਂਦੀ ਹੋਵੇ, ਪਰ ਜਿਸ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਨੇ ਹਮੇਸ਼ਾ ਪੰਜਾਬ ਦੇ ਜਿਹੜੇ ਮੁੱਦੇ ਉਭਾਰੇ, ਚਾਹੇ UAPA ਸੀਗਾ, ਚਾਹੇ ਉਹ ਆਪਾਂ ਕਹਿੰਦੇ ਨਵਰੀਤ ਦਾ ਕੇਸ ਸੀਗਾ, ਤੇ ਚਾਹੇ ਉਹਨਾਂ ਨੇ ਜਦੋਂ LOP ਨੇਤਾ ਸੀਗੇ ਉਹਨਾਂ ਨੇ ਹਮੇਸ਼ਾ ਜਿਹੜੇ ਮਾਈਨਿੰਗ ਮਾਫੀਆ ਦੇ ਵਿਰੁੱਧ ਆਵਾਜ਼ ਉਠਾਈ, ਚਾਹੇ ਉਸ ਤੋਂ ਬਾਅਦ ਉਹਨਾਂ ਨੇ ਆਪਦਾ ਸਿਆਸੀ ਤੌਰ ਤੇ ਫੇਰ ਬਦਲ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੁੰਦਾ ਰਿਹਾ। ਪਰ ਐਜ਼ ਏ ਹਿਊਮਨ ਸਾਨੂੰ ਜਿਹੜਾ ਹੈਗਾ ਉਹਨਾਂ ਦੀ ਸਪੋਰਟ ਕਰਨੀ ਬਣਦੀ ਹੈ ਜਾਂ ਨਹੀਂ ਬਣਦੀ, ਉਹ ਤੁਸੀਂ ਜਿਹੜਾ ਇਸ ਇੰਟਰਵਿਊ ਤੋਂ ਬਾਅਦ ਤੁਸੀਂ ਆਪ ਸੋਚ ਸਕਦੇ ਹੋ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਬ੍ਰਦਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮਹਿਤਾਬ, ਕੀ ਜਿਹੜਾ ਕੇਸ ਆ ਜਿਹਦੇ ਕਰਕੇ ਜਿਹੜਾ ਹੈਗਾ ਸੁਖਪਾਲ ਸਿੰਘ ਖਹਿਰਾ ਜਿਹੜੇ ਅੱਜ ED ਦੀ ਅਰੈਸਟ ਦੇ ਵਿੱਚ ਨੇ? ਗੁਰਪ੍ਰੀਤ, ਇਹ ਜੋ ਐਕਚੁਅਲੀ ਜੋ ED ਹੈ, ਇਨਫੋਰਸਮੈਂਟ ਡਾਇਰੈਕਟੋਰੇਟ, ਇਹ ਆਪਣੀ ਕੋਈ FIR ਜਾਂ ਆਪਣੀ ਕੋਈ ਕਾਰਵਾਈ ਨਹੀਂ ਕਰਦੀ। ਇਹਨਾਂ ਨੂੰ ਇੱਕ ਸ਼ਡਿਊਲਡ ਅਫੈਂਸ ਚਾਹੀਦਾ ਹੁੰਦਾ। ਸ਼ਡਿਊਲਡ ਅਫੈਂਸ, ਜੇ ਤੁਹਾਨੂੰ ਯਾਦ ਹੋਏ, 2015 ਵਿੱਚ ਅਕਾਲੀ ਸਰਕਾਰ ਦੇ ਟਾਈਮ ਫਾਜ਼ਿਲਕਾ ਜ਼ਿਲ੍ਹੇ ਵਿੱਚ ਸਦਰ ਜਲਾਲਾਬਾਦ ਥਾਣੇ ਵਿੱਚ ਇੱਕ FIR ਦਰਜ ਕੀਤੀ ਗਈ, ਜਿਹਦੇ ਵਿੱਚ ਸਾਡੇ ਹਲਕੇ ਦੇ ਇੱਕ ਗੁਰਦੇਵ ਸਿੰਘ ਦਾ ਨਾਮ ਉੱਥੇ ਉਸ FIR ਦੇ ਵਿੱਚ ਆਇਆ। ਉਸੇ ਕੇਸ ਨੂੰ ਆਪਣਾ ਸ਼ਡਿਊਲਡ ਅਫੈਂਸ ਬਣਾ ਕੇ ED ਨੇ, ਤੁਹਾਨੂੰ ਯਾਦ ਹੋਊਗਾ, 9 ਮਾਰਚ 2021 ਨੂੰ ਸਾਡੇ ਘਰ ਤੇ ਰੇਡ ਕੀਤੀ ਸੀ। ਇਸ ਰੇਡ ਤੋਂ ਬਾਅਦ ਜੋ ਸਾਨੂੰ ਸਮਰਿੰਗ ਹੋਈ, ਅਸੀਂ ਉੱਥੇ ਪੇਸ਼ ਹੁੰਦੇ ਰਹੇ। ਜੋ ਸਾਡੇ ਤੋਂ ਜੋ ਸਾਡੇ ਤੋਂ ਇਹਨਾਂ ਨੇ ਸਵਾਲ ਕੀਤੇ ਸਾਨੂੰ, ਅਸੀਂ ਉਹਨਾਂ ਦਾ ਜਵਾਬ ਦਿੰਦੇ ਰਹੇ। ਅੱਜ ਕਿਉਂਕਿ ਇਲੈਕਸ਼ਨ ਦਾ ਦੌਰ ਆ ਗਿਆ, ਟਾਈਮ ਐਸਾ ਆ ਗਿਆ ਕਿ ਅਸੀਂ ਸਾਰੇ ਆਪਣੀ ਹਲਕਿਆਂ ਜਾ ਕੇ ਇਲੈਕਸ਼ਨਾਂ ਦੀ ਕਾਰਵਾਈ ਕਰ ਰਹੇ ਹਾਂ, ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਨੂੰ ਇਲੈਕਸ਼ਨ ਲੜਨ ਤੋਂ ਰੋਕਣ ਲਈ ਇਹ ਬੜਾ ਹੀ ਘਟੀਆ ਕਦਮ ਕਿਸੇ ਨੇ, ਔਰ ED ਨੇ, ਸੈਂਟਰਲ, ਤੁਹਾਨੂੰ ਪਤਾ ਸੈਂਟਰ ਦੀ ਗਵਰਨਮੈਂਟ, ਯੂਨੀਅਨ ਆਫ ਇੰਡੀਆ ਦੇ
ਘਰ ਦੇ ਅੰਦਰੋਂ ਚੱਲਦੀ ਹੈ ਇਨਵੈਸਟੀਗੇਟਿਵ ਏਜੰਸੀ ਹੈ। ਕਿਤੇ ਨਾ ਕਿਤੇ ਉੱਥੇ ਮੈਨੂੰ ਜੋ ਹੈ ਇਹ ਪੋਲੀਟੀਕਲੀ ਮੋਟੀਵੇਟਡ ਕੇਸ ਲੱਗਦਾ। ਪੋਲੀਟੀਕਲੀ ਮੋਟੀਵੇਟਡ ਤਾਂ ਆਪਾਂ ਤਾਂ ਕਹੀਏ ਕਿਉਂਕਿ ਅੱਜ ਤੁਹਾਡੇ ਜਿਹੜਾ ਹੈਗਾ ਸੁਖਪਾਲ ਸਿੰਘ ਖਹਿਰਾ ਜਿਹੜੇ ਅੱਜ ਕਾਂਗਰਸ ਦੇ ਵਿੱਚ ਜੁਆਇਨ ਕਰ ਚੁੱਕੇ ਹਨ, ਤਾਂ ਸਰਕਾਰ ਤਾਂ ਤੁਹਾਡੀ ਹੈ, ਫਿਰ ਪੋਲੀਟੀਕਲੀ ਇਹ ਮੋਟੀਵੇਟਡ ਕਿਵੇਂ ਕਹਿ ਸਕਦੇ? ਨਹੀਂ, ਦੇਖੋ ਇਹ ਜੋ ਈਡੀ ਇਨਫੋਰਸਮੈਂਟ ਡਾਇਰੈਕਟੋਰੇਟ ਹੈ ਇਹ ਸਟੇਟ ਗਵਰਨਮੈਂਟ ਦੇ ਕੋਲ ਨਹੀਂ ਹੁੰਦੀ। ਜੋ ਕਾਂਗਰਸ ਦੀ ਸਰਕਾਰ ਹੈ ਆਪਾਂ ਸਾਰੇ ਜਾਣਦੇ ਹਾਂ, ਉਹ ਪੰਜਾਬ ਦੀ ਸਰਕਾਰ ਹੈ। ਜੋ ਈਡੀ ਹੈ ਉਹ ਸਿੱਧਾ ਪੀਐਮਓ ਦੇ ਅੰਡਰ ਚੱਲਦੀ ਹੈ। ਇਹਦਾ ਕੋਈ ਵਿਚਕਾਰ ਕੋਈ ਮਿਨਿਸਟਰ ਕੁਛ ਨਹੀਂ ਹੈ, ਸਿੱਧਾ ਸਭ ਤੋਂ ਵੱਡੇ ਯੂਨੀਅਨ ਆਫ ਇੰਡੀਆ ਦੇ ਵਿੱਚੋਂ ਚੱਲਦੀ ਹੈ। ਮਤਲਬ ਕਿ ਤੁਸੀਂ ਸਰਕਾਰੀ ਪੰਜਾਬ ਸਰਕਾਰ ਦੇ ਵਿੱਚ ਕੋਈ ਲੈਣ ਦੇਣ ਨਹੀਂ। ਮਤਲਬ ਕਿ ਤੁਸੀਂ ਕਹਿੰਦੇ ਇਹ ਬੀਜੇਪੀ ਦੇ ਵੱਲੋਂ ਜਿਹੜਾ ਹੈਗਾ ਤੁਹਾਡੇ ਪਰਿਵਾਰ ਤੇ ਮਰਵਾਇਆ ਛਾਪਾ? ਬਿਲਕੁਲ ਬਿਲकुल, ਮੇਰਾ 100% ਇਹ ਯਕੀਨ ਹੈ ਇਹ ਪੋਲੀਟੀਕਲੀ ਮੋਟੀਵੇਟਡ ਪੋਲੀਟੀਕਲ ਵੈਂਡੇਟਾ ਹੈ। ਤੁਸੀਂ ਆਪ ਹੀ ਹੁਣੇ ਜ਼ਿਕਰ ਕੀਤਾ, ਆਪਾਂ ਕਾਲੇ ਕਾਨੂੰਨਾਂ ਦੀ ਗੱਲ ਕਰਦੇ ਹਾਂ। 3 ਕਾਲੇ ਕਾਨੂੰਨ ਹੈ। ਮੈਂ ਤੁਹਾਡੀ ਆਪ ਵੀਡੀਓਜ਼ ਦੇਖੀਆਂ, ਸ਼ਾਇਦ ਤੁਸੀਂ ਕਈ ਹਫ਼ਤੇ ਉੱਥੇ ਲਗਾਤਾਰ ਰਹਿ ਕੇ ਆਏ। ਮੇਰੇ ਫਾਦਰ ਨੇ ਕੋਸ਼ਿਸ਼ ਕੀਤੀ ਕਿ ਹਰ ਮੁੱਦੇ ਨੂੰ ਸਹੀ ਢੰਗ ਨਾਲ ਚੱਕਣ ਤੇ ਉਹਨੂੰ ਐਂਡ ਤੱਕ ਅਖੀਰ ਤੱਕ ਲੈ ਕੇ ਜਾਣ। ਇਦਾਂ ਹੀ ਨਵਰੀਤ ਸਿੰਘ ਡਿਬਡਬਾ ਜਦੋਂ ਇੱਕ ਪੰਜਾਬ ਦੇ ਨੌਜਵਾਨ ਦੇ ਮੂੰਹ ਤੇ ਗੋਲੀ ਮਾਰ ਕੇ ਦਿੱਲੀ ਪੁਲਿਸ ਨੇ ਉਹਦੀ ਹੱਤਿਆ ਕਰ ਦਿੱਤੀ। ਸਿਰਫ ਮੇਰੇ ਫਾਦਰ ਸੀਗੇ ਜਿਨ੍ਹਾਂ ਨੇ ਇਸ ਇਸ਼ੂ ਨੂੰ, ਇਸ ਕੇਸ ਨੂੰ ਨੈਸ਼ਨਲ ਲੈਵਲ ਤੱਕ ਲੈ ਕੇ ਗਏ। ਦਿੱਲੀ ਹਾਈ ਕੋਰਟ ਦੇ ਸਾਹਮਣੇ ਇੱਕ ਕੇਸ ਫਾਈਲ ਕਰਵਾਇਆ, ਇੱਕ ਲਾਇਰ ਕਰਵਾ ਕੇ, ਔਰ ਉਸ ਕੇਸ ਵਿੱਚ ਜੁਡੀਸ਼ੀਅਲ ਪ੍ਰੋਬ ਇਨਕੁਆਇਰੀ ਮਾਰਕ ਕਰਵਾਈ। ਸੋ ਕਿਤੇ ਨਾ ਕਿਤੇ ਇਹ ਗੱਲ, ਕਿਉਂਕਿ ਜੋ ਸੈਂਟਰ ਦੀ ਸਰਕਾਰ ਹੈ, ਜਿੱਦਾਂ ਆਪਣਾ ਉਹਨਾਂ ਦਾ ਵਤੀਰਾ ਪੰਜਾਬ ਨਾਲ ਰਿਹਾ, ਉਹ ਮੈਨੂੰ ਦੱਸਣ ਦੀ ਲੋੜ ਨਹੀਂ, ਪਿਛਲੇ ਕਈ ਦਹਾਕਿਆਂ ਤੋਂ ਸ਼ਾਇਦ ਉਹਨਾਂ ਨੇ ਦੇਖਿਆ ਕਿ ਇੱਕ ਸਿਰਕੱਢ ਆਗੂ ਹੈ, ਇਹ ਪੰਜਾਬ ਦੇ ਮੁੱਦੇ ਪੰਜਾਬ ਤੋਂ ਬਾਹਰ, ਪੰਜਾਬ ਦੇ ਅੰਦਰ ਤੇ ਇੰਟਰਨੈਸ਼ਨਲ ਲੈਵਲ ਤੇ ਇਹ ਮੁੱਦੇ ਚੱਕ ਰਿਹਾ। ਇਹਨੂੰ ਇੱਕ ਦਬਾਨ ਦਾ, ਇਹਦਾ ਇੱਕ ਐਗਜ਼ਾਮਪਲ ਬਣਾਇਆ ਜਾਵੇ ਕਿ ਅੱਜ ਤੋਂ ਬਾਅਦ ਕਦੀ ਕੋਈ ਸਿੱਖ ਲੀਡਰ ਖੜੇ ਹੋ ਕੇ ਆਪਣੇ ਕੌਮ ਵਾਸਤੇ, ਆਪਣੇ ਲੋਕਾਂ ਵਾਸਤੇ ਇੱਕ ਗੱਲ ਨਾ ਕਰੇ। ਨਹੀਂ, ਜਿਸ ਤਰ੍ਹਾਂ ਤੁਹਾਨੂੰ ਥੱਲੇ ਤੋਂ ਆਪਾਂ ਕਹੀਏ ਸਪੋਰਟ ਮੈਂ, ਜਿਵੇਂ ਆਪਾਂ ਕਹੀਏ ਲੱਖਾ ਸਦਾਣਾ ਜਾਂ ਹੋਰ ਜਿਹੜੇ ਹੈਗੇ ਆ ਪੰਜਾਬ ਦੇ ਆਪਾਂ ਕਹੀਏ ਸਮਾਜ ਸੇਵੀ ਤੌਰ ਤੇ ਜਿਹੜੇ ਵਿਚਰ ਰਹੇ, ਉਹਨਾਂ ਨੇ ਜਿਵੇਂ ਸਪੋਰਟ ਕੀਤਾ, ਕਿਸ ਤਰ੍ਹਾਂ ਦੇ ਲੋਕਾਂ ਦਾ ਵਤੀਰਾ, ਤੁਹਾਨੂੰ ਕਿਸ ਤਰ੍ਹਾਂ ਦਾ ਜਿਹੜਾ ਮੈਸੇਜ ਆ ਰਿਹਾ ਪੰਜਾਬ ਦੇ ਲੋਕ? ਮੈਂ ਬਹੁਤ ਲੋਕਾਂ ਦੇ ਮੈਨੂੰ ਮੈਸੇजेस ਆ ਰਹੇ, ਮੇਰੇ ਕੋਲ ਆਪਣਾ ਫੋਨ, ਮੇਰੇ ਕੋਲ ਕਈ ਵਾਰ ਫੋਨ ਚੁੱਕਣ ਦਾ ਵੀ ਟਾਈਮ ਨਹੀਂ ਹੁੰਦਾ। ਮੈਂ ਇੱਕ ਫੋਨ ਕਰਦਾ ਤੇ ਪਿੱਛੇ 6 ਮਿਸਡ ਕਾਲਾਂ ਹੁੰਦੀਆਂ। ਮੇਰਾ ਵੀਰ ਲੱਖੇ ਦਾ ਵੀ ਮੇਰੀ ਕੱਲ ਹੀ ਗੱਲ ਹੋਈ ਆ, ਉਹਨਾਂ ਦਾ ਵੀ ਫੋਨ 3 ਦਿਨ ਮੇਰੇ ਤੋਂ ਚੱਕਿਆ ਨਹੀਂ ਗਿਆ ਕਿਉਂਕਿ ਅਸੀਂ ਕੋਰਟ ਕਾਰਵਾਈ ਸੀ। ਜਿਹੜੇ ਲੋਕ ਸਾਡਾ ਸਾਥ ਦੇ ਰਹੇ, ਮੈਂ ਉਹਨਾਂ ਦੇ ਦੇਣ ਨਹੀਂ ਦੇ ਸਕਦਾ। ਮੈਂ ਉਹਨਾਂ ਦਾ ਹਮੇਸ਼ਾ ਧੰਨਵਾਦੀ ਰਹੂੰਗਾ। ਮੈਨੂੰ ਪਤਾ ਹੈ, ਮੈਂ ਆਪਣੇ ਫਾਦਰ, ਹਰ ਇੱਕ ਬੰਦਾ ਆਪਣੇ ਫਾਦਰ ਨੂੰ, ਹਰ ਇੱਕ ਮੁੰਡਾ ਆਪਣੇ ਫਾਦਰ ਨੂੰ ਆਪਣਾ ਰੋਲ ਮਾਡਲ ਸਮਝਦਾ। ਮੈਂ ਵੀ ਉਹਨਾਂ ਮੁੰਡਿਆਂ ਦੇ ਵਿੱਚੋਂ। ਮੈਨੂੰ ਫਖਰ ਹੈ ਕਿ ਮੇਰਾ ਫਾਦਰ ਇੱਕ ਐਸਾ ਇਨਸਾਨ ਹੈ ਜਿਹਦੇ ਪਿੱਛੇ ਅੱਜ ਤੁਸੀਂ ਵੀ ਅੱਜ ਮੇਰੇ ਕੋਲ ਆਏ ਹੋ, ਲੱਖੇ ਸਦਾਨੇ ਵਰਗੇ ਇਹ ਜੇ ਸਿਰ ਕੱਢ ਯੂਥ ਆਗੂ ਜਿਨ੍ਹਾਂ ਪਿੱਛੇ ਸ਼ਾਇਦ ਲੱਖਾਂ ਦੀ ਤਾਦਾਦ ਵਿੱਚ ਸਪੋਰਟਰ ਨੇ, ਉਹ ਸਾਡੀ ਸਾਥ ਦਿੰਦੇ ਤੇ ਮੈਨੂੰ ਫਖਰ ਮਹਿਸੂਸ ਹੁੰਦਾ ਯਾਰ। ਇੱਕ ਜਿਹੜਾ ਇੱਕ ਕੇਸ ਦੇ ਵਿੱਚ ਇਹ ਵੀ ਹੈ ਕਿ ਤੁਸੀਂ ਜਿਹੜਾ ਮਨੀ ਲਾਂਡਰਿੰਗ ਕੀਤੀ ਆ, ਬਾਹਰ ਜਾ ਕੇ ਪੈਸਾ ਇਕੱਠਾ ਕੀਤਾ, ਉਹਦਾ ਕੀ ਮਸਲਾ ਫਿਰ? ਇਹ ਕਨਫਿਊਜ਼ ਕਰ ਰਹੇ ਆ। ਈਡੀ ਨੇ ਵੀ ਇੱਕ ਇਸ਼ੂ ਕਨਫਿਊਜ਼ ਕੀਤਾ। ਹੁਣ ਮੇਰੇ ਕੋਲ ਕਾਗਜ਼ ਸ਼ਾਇਦ ਦਫ਼ਤਰ 'ਚ ਹੈ, ਮੈਂ ਤੁਹਾਨੂੰ ਮੰਗਵਾ ਵੀ ਦਿੰਦਾ। ਮਨੀ ਲਾਂਡਰਿੰਗ ਦਾ ਕੇਸ ਇਹਨਾਂ ਦਾ, ਮਨੀ ਲਾਂਡਰਿੰਗ ਦਾ ਐਲੀਗੇਸ਼ਨ ਇਹ ਸਭ ਸਰਾਸਰ ਝੂਠਾ। ਇਹਨਾਂ ਕੋਲ ਸਾਡੇ ਕੋਲ ਜੋ ਵੀ ਇਹਨਾਂ ਨੇ ਸਾਡੇ ਤੇ ਇਲਜ਼ਾਮ ਲਾਏ ਨੇ, ਉਹ ਕੱਲਾ ਪੈਸੇ ਦਾ ਇਲਜ਼ਾਮ ਅਸੀਂ 1 ਮਿੰਟ ਵਿੱਚ ਅਸੀਂ ਡਿਸਪਰੂਵ ਕਰ ਸਕਦੇ ਹਾਂ। ਇਹਨਾਂ ਨੇ ਜੋ ਸ਼ਡਿਊਲ ਡਿਫੈਂਸ ਦੀ, ਆਪਾਂ ਹੁਣ ਫਿਰ ਵਾਪਸ ਚੱਲਦੇ ਹਾਂ, 2015 ਜਿਹੜਾ ਪਰਚਾ ਹੋਇਆ ਅਕਾਲੀ ਸਰਕਾਰ ਦੇ ਟਾਈਮ, ਉਹਦੇ ਵਿੱਚ ਸਾਡੇ ਹਲਕੇ ਦਾ ਇੱਕ ਗੁਰਦੇਵ ਸਿੰਘ ਇਹਨਾਂ ਨੇ ਫੜਿਆ। ਗੁਰਦੇਵ ਸਿੰਘ ਨੂੰ ਜਦ ਇਹਨਾਂ ਨੇ ਫੜਿਆ, ਉਹਦੀ ਪੁੱਛਤਾਛ ਕੀਤੀ। 2015 ਮੈਂ ਤੁਹਾਨੂੰ ਟਾਈਮਲਾਈਨ ਸਮਝਾਊਂਗਾ, ਮੇਰੇ ਨਾਲ ਚੱਲਿਓ। 2015 ਮਾਰਚ ਵਿੱਚ ਇੱਕ ਪਰਚਾ ਹੁੰਦਾ, ਗੁਰਦੇਵ ਸਿੰਘ ਨੂੰ ਅਰੈਸਟ ਕੀਤਾ ਜਾਂਦਾ, ਇੰਟਰੋਗੇਟ ਕੀਤਾ ਜਾਂਦਾ, ਚਲਾਨ ਪੇਸ਼ ਕੀਤਾ ਜਾਂਦਾ, FIR ਵਿੱਚ, ਚਲਾਨ ਵਿੱਚ। ਉਸ ਤੋਂ ਬਾਅਦ ਗਵਾਹੀਆਂ ਹੁੰਦੀਆਂ। 2015 ਤੋਂ ਲੈ ਕੇ 17 ਤੱਕ ਕੇਸ ਚੱਲਦਾ। 2 ਸਾਲ ਮੇਰੇ ਫਾਦਰ ਦਾ ਨਾਮ ਨਹੀਂ ਆਉਂਦਾ, ਕਿਤੇ ਕੋਈ ਕਾਰਵਾਈ ਨਹੀਂ ਹੁੰਦੀ। 2017 'ਚ ਤੁਹਾਨੂੰ ਯਾਦ ਹੋਊਗਾ ਲੀਡਰ ਆਫ ਆਪੋਜੀਸ਼ਨ ਬਣੇ ਮੇਰੇ ਫਾਦਰ, ਉਦੋਂ ਸੈਂਡ ਮਾਈਨਿੰਗ ਦਾ ਕੇਸ ਚੱਕਿਆ, ਗੰਦੇ ਪਾਣੀਆਂ ਦਾ ਕੇਸ ਇਸ਼ੂ ਚੱਕੇ। ਸੋ ਜਦ ਇਹ ਸਾਰੇ ਇਸ਼ੂ ਚੱਕੇ ਗਏ, ਉਸ ਟਾਈਮ ਦੀ ਸਰਕਾਰ ਨੇ 2 ਪੁਲਿਸ ਵਿਟਨੈਸਿਸ, ਹੁਣ ਥੋੜਾ ਕਾਨੂੰਨੀ ਤੌਰ ਤੇ ਥੋੜਾ ਕੰਪਲੈਕਸ ਹੈ, ਸਮਝਣਾ ਪਊਗਾ। ਜਦ ਇੱਕ ਟ੍ਰਾਇਲ ਚੱਲਦਾ ਤੇ ਪੁਲਿਸ ਜਾਂ ਪ੍ਰੋਸੀਕਿਊਸ਼ਨ ਨੇ ਆਪਣੇ ਗਵਾਹ ਪੇਸ਼ ਕਰਨੇ ਹੁੰਦੇ ਆ, ਉਹ ਗਵਾਹੀਆਂ ਦਿੰਦੇ ਨੇ, ਐਗਜ਼ਾਮੀਨੇਸ਼ਨ ਇਨ ਚੀਫ ਕਹਿੰਦੇ ਉਹਨੂੰ। ਉਸ ਤੋਂ ਬਾਅਦ ਉਹਦੀ ਕ੍ਰੋਸ ਹੁੰਦੀ ਹੈ, ਉਹ ਕ੍ਰੋਸ ਹੋਈ ਉਹਨਾਂ ਦੀ 2 ਗਵਾਹਾਂ ਦੀ, ਸਾਡਾ ਨਾਮ ਨਹੀਂ ਜ਼ਿਕਰ ਕੀਤਾ ਉਹਨਾਂ ਨੇ, ਐਵੀਡੈਂਸ ਕਲੋਜ਼ ਹੋ ਗਿਆ। ਐਵੀਡੈਂਸ ਜੋ ਕਲੋਜ਼ ਹੁੰਦਾ ਬਾਏ ਆਰਡਰ ਹੁੰਦਾ। ਜਿਹੜੇ ਮੇਰੇ ਵਕੀਲ ਦੋਸਤ ਦੇਖ ਰਹੇ ਨੇ, ਉਹ ਸਾਰਾ ਮੇਰੀ ਗੱਲ ਫੋਲੋ ਕਰਾਂਗੇ ਤੇ ਮੇਰਾ ਸਾਥ ਨਾਲ ਚੱਲਾਂਗੇ। ਲੇਕਿਨ 2017 ਵਿੱਚ ਜਦ ਮੇਰੇ ਫਾਦਰ ਅੱਖਾਂ ਦੇ ਵਿੱਚ ਆਉਣ ਲੱਗੇ, ਇਸ ਲੋਕਾਂ ਨੇ ਦੇਖਿਆ ਕਿ ਯਾਰ ਇਹ ਬੰਦਾ, ਇਹ ਇਨਸਾਨ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਿਹਾ, ਸਿੰਪਲ ਲੈਵਲ
ਆਮ ਆਦਮੀ ਦੀ ਗੱਲ ਕਰ ਰਿਹਾ ਤਾਂ ਉਹਨਾਂ ਨੇ 2 ਗਵਾਹ ਜੋ IOC PW 4 ਐਂਡ 5 ਸ਼ਾਇਦ, ਮੈਨੂੰ ਆਪਣੀ ਕੇਸ ਫਾਈਲ ਚੈੱਕ ਕਰਨੀ ਪੈਣੀ ਹੈ, 2 ਗਵਾਹ IO ਸੀਗੇ, ਉਹਨਾਂ ਦੀ ਗਵਾਹੀਆਂ ਹੋ ਚੁੱਕੀਆਂ, ਕ੍ਰਾਸ ਐਗਜ਼ਾਮੀਨੇਸ਼ਨ ਵੀ ਹੋ ਚੁੱਕੀ। ਫਿਰ ਤੋਂ ਉਹਨਾਂ ਨੂੰ ਦੁਬਾਰਾ ਵਾਪਸ ਬੁਲਾਇਆ ਜਾਂਦਾ ਸੈਕਸ਼ਨ 311 CRPC ਰੀਕਾਲ ਆਫ ਵਿਟਨੈਸ। ਇਹ ਪਾਵਰ ਹੁੰਦੀ ਹੈ ਕੋਰਟ ਕੋਲ। ਇਹ ਅਰਜ਼ੀ ਲਗਾ ਕੇ ਪਬਲਿਕ ਪ੍ਰੋਸੀਕਿਊਟਰ ਨੇ ਅਰਜ਼ੀ ਲਗਾਈ ਕਿ ਆਹ ਦਿਓ ਜੀ, ਅਸੀਂ ਇਹ 2 ਬੰਦਿਆਂ ਦੀ ਗਵਾਹੀ ਫਿਰ ਤੋਂ ਕਰਵਾਉਣੀ ਹੈ। ਉਹ 2 ਬੰਦੇ ਆ ਕੇ ਕਹਿੰਦੇ ਹੈ ਕਿ ਜਦ 2015 'ਚ ਅਸੀਂ ਅਰੈਸਟ ਕੀਤੇ ਗੁਰਦੇਵ ਸਿੰਘ ਨੂੰ, ਮੈਂ ਹੁਣ ਤੁਹਾਨੂੰ 15 'ਚ ਲੈ ਕੇ ਚੱਲਿਆ ਵਾਪਸ, ਉਦੋਂ ਇਹਨੇ ਮੈਨੂੰ ਕਿਹਾ ਗੁਰਦੇਵ ਸਿੰਘ ਨੇ ਕਿ ਖੈਰਾ ਕਿੰਗ ਪਿਨ ਹੈ, ਇਹ ਸਾਰਾ ਡਰੱਗ ਡੀਲ, ਸਾਰਾ ਡਰੱਗ ਮਾਫੀਆ ਖੈਰਾ ਦੇ ਥੱਲੇ ਹੈ, ਕੁਛ ਇਦਾਂ ਦਾ ਉਹਨਾਂ ਨੇ ਬਿਆਨ ਕਰ ਦਿੱਤਾ। 2 ਸਾਲ ਇਹ ਚੁੱਪ ਕਿਉਂ ਰਹੇ? ਇਦਾਂ ਹੋ ਸਕਦਾ ਹੈ ਕਿ ਤੁਸੀਂ ਇੱਕ ਇੰਟਰਨੈਸ਼ਨਲ ਡਰੱਗ ਟ੍ਰੇਡ ਭੰਗ ਕੀਤਾ, ਉਹਨੂੰ ਫੜਿਆ, ਤੇ ਉਹ ਜਦ ਜਿਸ ਬੰਦੇ ਦਾ ਨਾਮ ਲੈ ਰਹੇ ਹੋ ਤੁਸੀਂ 2 ਸਾਲ ਤੁਸੀਂ ਉਹ ਬੰਦੇ ਦਾ ਨਾਮ ਕਾਰਵਾਈ ਨਾ ਕਰੋ, ਤੁਸੀਂ ਉਹਦੀ ਆਪਣੀ ਜੋ ਸਟੇਟਮੈਂਟਾਂ ਤੁਸੀਂ ਕੋਰਟਸ ਦਿਓ ਤੁਸੀਂ ਉਹਦਾ ਨਾਮ ਹੀ ਨਾ ਲਵੋ। ਮੇਰੇ ਫਾਦਰ ਦਾ ਨਾਮ FIR 'ਚ ਨਾ ਸਾਡਾ ਚਲਾਨ, ਕਈ ਚਲਾਨ ਪੇਸ਼ ਹੋਏ, ਸਾਡਾ ਨਾਮ ਕਿਉਂ ਨਹੀਂ ਆਇਆ ਕਿਤੇ? ਇਹ ਤਾਂ ਜਦ ਬੰਦਿਆਂ ਨੂੰ ਇੰਟਰਸਟਿਡ ਪੁਲਿਸ ਵਿਟਨੈਸਿਸ, ਪੁਲਿਸ ਦੀ ਗਵਾਹ ਸੀਗੀ, IOC, ਉਹ ਜੋ ਮਰਜ਼ੀ ਤੁਸੀਂ ਘੁਆ ਲਓ ਉਹਨਾਂ ਤੋਂ। ਜੇ ਇਹਨਾਂ ਨੇ ਨਾਮ ਲੈਣਾ ਹੁੰਦਾ 2015 ਮਾਰਚ ਵਿੱਚ ਸਾਡਾ ਨਾਮ ਆਉਣਾ ਚਾਹੀਦਾ ਸੀ ਕੋਰਟ ਵਿੱਚ, ਜਦੋਂ ਅਕਾਲੀ ਸਰਕਾਰ ਸੀ। ਹਾਂ, ਕੋਰਟ ਵਿੱਚ, ਕੋਰਟ ਦੇ ਵਿੱਚ ਆਉਣੀ ਚਾਹੀਦੀ ਸੀ ਕਿ ਹਾਂ ਮੈਂ ਇਹਨੂੰ ਇੰਟੈਰੋਗੇਟ ਕੀਤਾ, ਮੈਂ ਗੁਰਪ੍ਰੀਤ ਨੂੰ ਅੱਜ ਇੰਟੈਰੋਗੇਟ ਕੀਤਾ, ਤੁਸੀਂ ਮੈਨੂੰ ਕਹੋ ਕਿ ਯਾਰ ਮੈਂ ਸਾਰਾ ਕੁਝ ਇਹਨਾਂ ਦੇ ਕਹਿਣ ਤੇ ਕਰਦਾ, ਮੈਂ ਇਹੋ ਜਿਹੀ ਗੱਲ ਭੁੱਲ ਸਕਦਾ? 2 ਸਾਲ ਮੈਂ ਕਿਉਂ ਉਸ ਤੇ ਚੁੱਪ ਬੈਠਾ ਰਿਹਾ? ਉਹ 2 ਸਾਲ ਬਾਅਦ ਹੀ ਕਿਉਂ ਮੈਂ ਜਾਗਿਆ? ਤੇ ਫਿਰ 2017 ਤੋਂ ਬਾਅਦ ਜਦੋਂ ਚੱਲ ਪਿਆ, ਉਦੋਂ ਬਾਅਦ ਫਿਰ ਕੀ ਹੋਇਆ? ਹੁਣ ਮੰਨ ਲਓ 2017 ਜਦ ਇਹ ਆਰਡਰ ਪਾਸ ਹੋਇਆ, ਸੋ ਫਿਰ ਆਪਾਂ ਚੱਲਦੇ ਥੋੜਾ ਜਿਹਾ ਪਿੱਛੇ। 17 ਵਿੱਚ ਜਦ ਇਹਨਾਂ ਨੇ ਗਵਾਹੀਆਂ ਕਰਾਈਆਂ, ਉਸ ਟਾਈਮ ਤੇ ਕੇਸ ਬਿਲਕੁਲ ਐਂਡ ਤੇ ਸੀ, 2 ਸਾਲ ਹੋ ਚੁੱਕੇ ਸੀ। ਫਾਸਟ ਟਰੈਕ ਕੋਰਟ ਹੁੰਦੇ ਆ, NDPS ਦੇ ਮੈਟਰ ਬਹੁਤ ਜਲਦੀ ਡਿਸਾਈਡ ਕਰਦੇ ਆ। ਸੋ 2017 ਦੇ ਵਿੱਚ ਜਦੋਂ ਇੱਕ ਪਾਸੇ ਇਹ ਗਵਾਹੀਆਂ ਹੋਈਆਂ, ਨਾਲ ਦੀ ਨਾਲ ਹੀ ਉਹ ਜਿਹੜੇ 10 ਬੰਦੇ ਸੀ, 9 ਜਾਣੇ ਸੀ, ਉਹਨਾਂ ਨੂੰ ਸਜ਼ਾ ਕਰ ਦਿੱਤੀ ਕੋਰਟ ਨੇ। ਸਜ਼ਾ ਕਰਨ ਤੋਂ ਬਾਅਦ 319 ਦੀ ਐਪਲੀਕੇਸ਼ਨ ਦੇ ਵਿੱਚ ਮੇਰੇ ਫਾਦਰ ਨੂੰ ਸਮਨ ਕੀਤਾ ਗਿਆ। ਇਹ ਕਾਨੂੰਨੀ ਤੌਰ ਤੇ ਗਲਤ ਹੈ, ਅਨਕਨਸਟੀਟਿਊਸ਼ਨਲ ਹੈ। CRPC ਦੇ ਧੱਜੀਆਂ ਉਡਾ ਦਿੱਤੀਆਂ ਗਈਆਂ ਇਸ ਕੋਰਟ ਦੇ ਆਰਡਰ ਨੇ। ਅਸੀਂ ਇਹ ਕੋਰਟ ਆਰਡਰ ਲੈ ਕੇ ਹਾਈ ਕੋਰਟ ਗਏ, ਹਾਈ ਕੋਰਟ ਵਿੱਚ ਅਸੀਂ ਲੜਾਈ ਲੜੀ, ਚਲੋ ਜੋ ਅਸੀਂ ਮੰਗਿਆ ਸੀ ਉਹ ਸਾਨੂੰ ਨਹੀਂ ਮਿਲਿਆ। ਅਸੀਂ ਉਹ ਆਰਡਰ ਲੈ ਕੇ ਸੁਪਰੀਮ ਕੋਰਟ ਗਏ। ਤੁਸੀਂ ਮੰਨੋਗੇ ਸੁਪਰੀਮ ਕੋਰਟ ਦੇ ਉਸ ਜੱਜ ਦੀ ਮੈਂ ਅੱਜ ਤੱਕ ਅੱਜ ਉਹ ਜੱਜ ਆਪਣੇ ਚੀਫ ਜਸਟਿਸ ਆਫ ਇੰਡੀਆ, ਮੈਂ ਦੇ ਨਹੀਂ ਦੇ ਸਕਦਾ ਉਸ ਇਨਸਾਨ ਦੀ। ਉਹਨਾਂ ਨੇ ਪਹਿਲੀ ਪੇਸ਼ੀ ਤੇ ਸਾਡੇ ਖਿਲਾਫ ਮੁਕੁਲ ਰੋਹਤਗੀ, ਐਡੀਸ਼ਨਲ ਸੋਲਿਸਿਟਰ ਜਨਰਲ ਆਫ ਇੰਡੀਆ, ਸ਼ਾਇਦ 30 ਲੱਖ ਰੁਪਏ ਪਰ ਪੇਸ਼ੀ ਪਰ ਡੇ ਲੈਣ ਵਾਲਾ ਵਕੀਲ, ਔਰ ਇੱਕ ਪਾਸੇ ਸਾਡਾ ਵੀ ਵਕੀਲ, ਸ਼ਾਇਦ ਉਹਨਾਂ ਦਾ ਵੀ ਕੋਈ ਮੇਲ ਨਹੀਂ, ਮਿਸਟਰ ਪਟਵਾਲੀਆ ਨੇ, ਪੰਜਾਬ ਦੇ ਹਾਈ ਕੋਰਟ ਦੇ ਜੱਜ ਵੀ ਰਹੇ ਨੇ ਇੱਥੇ। ਉਸ ਟਾਈਮ ਸੁਪਰੀਮ ਕੋਰਟ ਨੇ ਪਹਿਲੀ ਪੇਸ਼ੀ ਤੇ ਪਹਿਲੀ ਤਰੀਕ ਤੇ ਮੈਟਰ ਸਟੇ ਕਰ ਦਿੱਤਾ। ਕੋਈ ਸੁਪਰੀਮ ਕੋਰਟ ਨੇ ਕੋਈ ਵਜ੍ਹਾ ਦੇਖੀ, ਕੋਈ ਰੀਜ਼ਨ ਦੇਖਿਆ ਤਾਂ ਹੀ ਸਟੇ ਕੀਤਾ, ਨਹੀਂ ਤਾਂ 100 ਕੇਸ ਲੱਗਦੇ ਨੇ, ਕੋਈ ਨਹੀਂ ਸਟੇ ਕਰਦਾ। ਸੋ 2017 ਵਿੱਚ 1 ਦਸੰਬਰ 2017 ਨੂੰ ਸਾਨੂੰ ਸਟੇ ਮਿਲਿਆ। ਉਸ ਤੋਂ ਬਾਅਦ ਹੁਣ ਸਟੇ ਮਿਲਿਆ ਔਰ ਉਸ ਤੋਂ ਬਾਅਦ ਇੱਕ ਕੁਐਸਚਨ ਆਫ ਲਾਅ ਬਣਿਆ ਕਿ ਇੱਕ ਪਾਸੇ ਤੁਸੀਂ ਸਾਰਾ ਕੇਸ ਖਤਮ ਕਰਕੇ ਸਜ਼ਾ ਕਰਕੇ 20 ਸਾਲ ਦੀ ਬੰਦੇ ਅੰਦਰ ਕਰਤੇ, ਉਸ ਤੋਂ ਬਾਅਦ ਤੁਸੀਂ ਖੈਰਾ XYZ ਜਾਂ ਕਿਸੇ ਵੀ ਅਕਿਊਜ਼ ਨੂੰ ਸਮਨ ਕਿੱਦਾਂ ਕਰ ਸਕਦੇ ਹੋ? ਇਹ ਕੁਐਸਚਨ ਆਫ ਲਾਅ 2 ਜੱਜਾਂ ਕੋਲ ਪਹਿਲੇ ਗਿਆ। ਉਸ ਤੋਂ ਬਾਅਦ 2 ਜੱਜ ਕਹਿੰਦੇ ਕਿ ਨਹੀਂ ਜੀ, ਇਹਨੂੰ ਅਸੀਂ ਇੱਕ ਹੋਰ ਵੱਡਾ ਬੈਂਚ ਸੁਣਨਾ ਚਾਹੀਦਾ ਹੈ, ਵੱਡੇ ਜੱਜ ਬੈਂਚ ਨੂੰ। ਫਿਰ 3 ਜੱਜਾਂ ਨੇ ਇੱਥੇ ਸੋਚ ਵਿਚਾਰ ਕੀਤਾ, ਉਹ ਕਹਿੰਦੇ ਨਹੀਂ, 3 ਜੱਜ ਵੀ ਨਹੀਂ, ਅਨਕਨਸਟੀਟਿਊਸ਼ਨ ਬੈਂਚ ਫਾਰਮ ਕੀਤਾ ਜਾਵੇ ਔਰ 2017 ਤੋਂ 2021 ਤੱਕ ਉਹ ਮੈਟਰ ਸਟੇਡ ਹੈ। ਇਨਫੈਕਟ ਹੁਣ ਤੁਸੀਂ ਆਪਾਂ ਅੱਗੇ ਆ ਜਾਓ, 17 ਤੋਂ ਬਾਅਦ 21 ਆ ਜਾਓ, 9 ਮਾਰਚ 2021 ਨੂੰ ਸਾਡੇ ਤੇ ਰੇਡ ਪੈਂਦੀ ਹੈ। ਮੇਰੀ ਇਹ ਕਹਿਣਾ ਹੈ, ਮੇਰਾ ਇਹ ਮੰਨਣਾ ਹੈ, ਮੇਰਾ ਇਹ ਸੋਚਣਾ ਹੈ, ਜੋ ਰੇਡ ਹੋਈ ਉਹ ਅਨਕਨਸਟੀਟਿਊਸ਼ਨਲ ਸੀ, ਉਹ ਸੁਪਰੀਮ ਕੋਰਟ ਦੇ ਆਰਡਰ ਦੀ ਉਲੰਘਣਾ ਸੀ। ED ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਉਹ ਉਹਨਾਂ ਕੋਲ ਇੰਨੀ ਜ਼ਿਆਦਾ ਪਾਵਰ ਦਿੱਤੀ ਗਈ ਹੈ, ਉਹ ਸੁਪਰੀਮ ਕੋਰਟ ਦੇ ਆਰਡਰ ਦੇ ਉੱਤੋਂ ਛਾਲ ਮਾਰ ਕੇ ਅੱਜ ਸਾਡੇ ਘਰ ਆ ਕੇ ਉਹਨਾਂ ਨੇ ਛਾਪਾ ਮਾਰਿਆ। ਬਿਲਕੁਲ। ਉਦੋਂ ਤੁਸੀਂ ਮੈਨੂੰ ਲੱਗਦਾ ਤੁਸੀਂ ਵੀ ਕੇਸ ਫਾਈਲ ਕੀਤਾ ਸੀਗਾ, ਉਹਨਾਂ ਨੇ ਕਰੋਨਾ ਦਾ ਹੀ ਮੈਨੂੰ ਲੱਗਦਾ ਕੋਈ ਜਿਹੜਾ ਹੈਗਾ ਹਾਂ, ਉਹਨਾਂ ਯੈਸ, ਤੁਹਾਡੀ ਗੱਲ ਸਹੀ ਆ। ਉਹ ਜਦੋਂ ਘਰ ਆਏ ਸਾਡੇ, ਬਿਕੋਜ਼ ਉਹ ਜਦ ਆਉਂਦੇ ਆ ਤਾਂ 25 30 50 ਜਾਣੇ ਆਉਂਦੇ ਆ, 50 ਜਾਣੇ ਤੁਹਾਡੇ ਘਰ ਦੇ ਅੰਦਰ ਆਉਣ, ਤੁਹਾਡੀ ਚੀਜ਼ਾਂ ਨੂੰ ਸੱਤ-ਰੁੱਤ ਲਾਉਣ। ਸਾਡੇ ਮੇਰੇ ਫਾਦਰ ਦੇ ਇੱਕ PS ਉਹਨੂੰ ਕਰੋਨਾ ਉਸ ਤੋਂ ਬਾਅਦ ਹੋਇਆ ਸੀ। ਐਂ ਤਾਂ ਨਹੀਂ ਲੱਗਦਾ ਕਿਤੇ ਉਹ ਵੀ ਥੋੜੀ ਜਿਹੀ ਖੁੰਦਕ ਸੀਗੀ, ਹੋ ਸਕਦੀ ਹੈ ਵੀ ਯਾਰ ਖੁੰਦਕ ਦੀ ਕੀ ਗੱਲ, ਉਹ ਤੁਹਾਡੇ ਘਰ ਦੇ ਅੰਦਰ ਛਾਪਾ ਹੀ ਮਾਰ ਕੇ ਆ ਗਏ ਜੋ ਤੁਹਾਨੂੰ ਤੋਂ ਬਾਅਦ ਵੀ ਸਾਡੇ ਤੇ ਵੀ ਕੇਸ ਪਾਤਾ ਬਰਾਬਰ। ਉਹ ਰੱਬ ਥੋੜੋ ਹੈ,
ਉਹ ਕੁਝ ਗਲਤ ਕਰਾਂਗੇ ਈਡੀ ਵਾਲੇ ਤਾਂ ਰੱਬ ਤਾਂ ਨਹੀਂ ਹੈ ਤਾਂ ਇਨਸਾਨ ਹੀ ਆਪਾਂ ਨਹੀਂ, ਜੋ ਇਹ ਨਹੀਂ ਲੱਗਦਾ ਫਿਰ ਤਾਂ ਇਸ ਤਰ੍ਹਾਂ ਜਿਵੇਂ ਤੁਸੀਂ ਦੱਸ ਰਹੇ ਹੋ, ਜਿਵੇਂ ਤੁਹਾਡੀ ਸਾਰੀ ਸਟੋਰੀ ਹੈ, ਤਾਂ ਇਹਦਾ ਮਤਲਬ ਜਿਹੜਾ ਵੀ ਪੰਜਾਬ ਦੇ ਮੁੱਦੇ ਉਠਾਊਗਾ ਉਹਨੂੰ ਕਿਸੇ ਤਰ੍ਹਾਂ ਵੀ ਉਲਝਾਇਆ ਜਾ ਸਕਦਾ, ਮੇਰਾ ਨਾਂ ਜਾਂ ਕਿਸੇ ਦਾ ਵੀ ਕਿਸੇ ਵੀ ਕੇਸ ਦੇ ਵਿੱਚ ਕਿਸੇ ਦਾ ਨਾਂ ਜੋੜ ਕੇ, ਤਾਂ ਫਿਰ ਤੁਸੀਂ ਤਾਂ ਚਲੋ ਫਿਰ ਇਹ ਮੰਨ ਲੈਣਾ ਚਾਹੀਦਾ ਫਿਰ ਵੀ ਤੁਹਾਡੇ ਕੋਲ ਚਲੋ ਪਹੁੰਚ ਸੀਗੀ, ਮੰਨ ਲਓ ਤੁਸੀਂ ਲੜਦੇ ਰਹੇ ਹੋ, ਚੱਲ ਜੋ ਵੀ ਹੈ ਤੁਸੀਂ ਆਪ ਪੜ੍ਹੇ ਹੋ ਜਾਂ ਤੁਹਾਡੇ ਆਦੇ ਨਾ ਦੋਸਤ ਮਿੱਤਰ ਜੋ ਵੀ, ਤੇ ਜੇ ਆਮ ਬੰਦਾ ਜਿਵੇਂ ਇਲੈਕਸ਼ਨ ਜਾਂ ਕੋਈ ਲੜ ਰਿਹਾ ਸਰਕਾਰ ਦੇ ਖਿਲਾਫ, ਫਿਰ ਤਾਂ ਉਹਦਾ ਤਾਂ ਸੰਘੀ ਕੁੱਟਣ ਵਾਲਾ ਕੰਮ ਹੈ। ਸਹੀ ਕਹਿ ਰਹੇ ਹੋ ਤੁਸੀਂ। ਤੇ ਇਹਦੇ 'ਚ ਇਸ ਤੋਂ ਬਾਅਦ ਜਿਹੜਾ ਇੱਕ ਮਨੀ ਲਾਂਡਰਿੰਗ ਦਾ ਜਿਹਦੇ 'ਚ ਆਮ ਆਦਮੀ ਪਾਰਟੀ ਦਾ ਵੀ ਜੁੜਦਾ ਤੁਹਾਡਾ ਇਹ ਗੱਲ ਹੈ, ਉਹ ਕੀ ਹਿਸਾਬ ਸੀਗਾ ਉਹਦਾ ਥੋੜਾ? ਓਕੇ, ਹੁਣ ਜਦ ਚਲੋ ਰੇਡ ਹੋ ਗਈ, ਰੇਡ ਤੋਂ ਬਾਅਦ ਇਹਨਾਂ ਨੇ ਸਾਨੂੰ ਸਮਨ ਕਰਨਾ ਸ਼ੁਰੂ ਕਰ ਦਿੱਤਾ। ਸਮਨਿੰਗ ਜਦ ਰੇਡ ਕਰ ਲੈਂਦੇ, ਮੇਰੇ ਘਰੋਂ ਮੇਰਾ ਫੋਨ ਲੈ ਗਏ, ਮੈਂ ਵਕੀਲ ਹਾਂ ਤੇ ਮੇਰੇ ਕੋਲ ਕਰੋਨਾ ਦੇ ਟਾਈਮ ਸਾਨੂੰ ਲੈਪਟਾਪ ਤੇ ਬਹਿਸ ਕਰਨੀ ਪੈਂਦੀ ਸੀ, ਉਹ ਮੇਰਾ ਲੈਪਟਾਪ ਲੈ ਗਏ, ਪਾਪਾ ਦਾ ਫੋਨ ਲੈ ਗਏ। ਮੇਰੇ ਪਾਪਾ ਨੂੰ ਆਦਤ ਸੀ, ਸਾਨੂੰ ਸਾਰਿਆਂ ਨੂੰ ਆਦਤ ਹੁੰਦੀ ਹੈ ਜਦੋਂ ਆਪਾਂ ਖਰਚਾ ਕਰਦੇ ਹਾਂ ਆਪਾਂ ਲਿਖ ਲੈਂਦੇ ਹਾਂ, ਜਾਂ ਕੋਈ ਐਸਟੀਮੇਟ ਲਿਖਣਾ ਹੁੰਦਾ ਯਾਰ ਕਿ ਜ਼ਿਆਦਾ ਖਰਚਾ ਨਾ ਹੋ ਜਾਏ, ਕਿ ਸਾਨੂੰ ਪਤਾ ਰਵੇ ਕਿ ਸਾਡਾ ਖਰਚਾ ਕਿੰਨਾ। ਉਹ ਜਿਹੜੀਆਂ ਡਾਇਰੀਆਂ ਸੀ ਉਹ ਲੈ ਗਏ, ਉਹ ਸਾਰਾ ਕੁਝ ਉਹ ਆਪਣੇ ਕੋਲ ਜ਼ਬਤ ਕਰੀਏ। ਫਿਰ ਇਹਨਾਂ ਨੇ ਸਾਨੂੰ ਸਮਨਿੰਗ ਸ਼ੁਰੂ ਕਰ ਦਿੱਤੀ। ਇਹਨਾਂ ਨੇ ਇੱਕ ਪੀਰੀਅਡ ਕੱਢਿਆ 2013-14 ਤੋਂ ਲੈ ਕੇ ਅੱਜ ਤੱਕ। ਇਹਨਾਂ ਨੇ ਇੰਨੇ ਸਾਲਾਂ ਦੇ ਵਿੱਚ ਸਾਨੂੰ ਸਾਡੀ ਕੈਲਕੂਲੇਟ ਕੀਤੀ ਆਮਦਨ। ਮੇਰੇ ਫਾਦਰ ਪਿਛਲੇ 25-30 ਸਾਲਾਂ ਤੋਂ ਜ਼ਿਆਦਾ ਹੀ ਪੋਲੀਟੀਕਲ ਲਾਈਫ 'ਚ ਹੈ। ਉਹਨਾਂ ਕੋਲ ਟਾਈਮ ਨਹੀਂ ਹੁੰਦਾ ਕਿ ਖੇਤੀਬਾੜੀ ਸਾਡੇ ਪਿੰਡ ਦੇ ਜੱਦੀ ਜ਼ਮੀਨ ਹੈ, ਸਾਡੇ ਪੁਸ਼ਤਾਂ ਪੁਰਾਣੀ ਚੱਲਦੀ ਹੈ, ਐਂਸੈਸਟਰਲ ਪ੍ਰਾਪਰਟੀ ਜਿਹਨੂੰ ਤੁਸੀਂ ਕਹਿੰਦੇ ਹੋ ਆਪਾਂ ਲਾਅ 'ਚ, ਉਹ ਚੱਲਦੀ ਆ ਰਹੀ। ਉਹ ਸਾਡੇ ਕੋਲ ਟਾਈਮ ਨਹੀਂ ਸੀ, ਮੈਂ ਛੋਟਾ ਸੀ ਤਾਂ ਮੇਰੇ ਫਾਦਰ ਨੇ ਠੇਕੇ ਤੇ ਦੇਤੀ। ਨੋਟਬੰਦੀ ਤੋਂ ਪਹਿਲੇ ਜ਼ਿਆਦਾਤਰ ਇਹ ਹੁੰਦਾ ਸੀ ਜਿਹੜਾ ਵੀ ਠੇਕਾ ਆਉਂਦਾ ਸੀ ਕੈਸ਼ ਦਿੰਦੇ ਸੀ, ਸਾਰੇ ਤੁਸੀਂ ਜਾਣਦੇ ਹੋ। ਤਾਂ ਉਹਨਾਂ ਨੇ ਇੱਕ ਕੈਲਕੂਲੇਸ਼ਨ ਲਾਈ ਕਿ ਤੁਸੀਂ ਆਪਣੀ ਇਨਕਮ ਟੈਕਸ, ਆਲਦੋ ਇਨਕਮ ਟੈਕਸ ਇਟ ਇਜ਼ ਨਾਟ ਐਗਰੀਕਲਚਰਲ ਇਨਕਮ ਇਜ਼ ਨਾਟ ਟੈਕਸੇਬਲ। ਉਹਨਾਂ ਨੇ ਆਪਣੀ ਕੈਲਕੂਲੇਸ਼ਨ ਕੱਢੀ ਕਿ ਤੁਹਾਡੀ ਆਮਦਨ ਸਾਲ ਦੀ ਇੰਨੀ ਬਣਦੀ ਹੈ, ਤੁਸੀਂ ਖਰਚਾ ਇੰਨਾ ਕੀਤਾ। ਇਹਦਾ ਜਵਾਬ ਵੀ ਹੈ। ਇਹ ਬੇਬੁਨਿਆਦ ਗੱਲਾਂ ਨੇ, ਝੂਠੀਆਂ ਗੱਲਾਂ ਨੇ। ਮੇਰੇ ਸਿਸਟਰ ਦਾ ਵਿਆਹ 2016 ਵਿੱਚ ਹੋਇਆ। ਮੇਰੇ ਫਾਦਰ ਹੁਣ ਪੋਲੀਟੀਕਲ ਇਨਸਾਨ ਨੇ, ਇੱਕ ਲੈਵਲ, ਕਿਉਂਕਿ ਤੁਸੀਂ ਸੋਸਾਇਟੀ 'ਚ ਰਹਿੰਦੇ ਹੋ, ਤੁਹਾਨੂੰ ਉਸ ਤਰ੍ਹਾਂ ਦਾ ਵਿਆਹ ਕਰਨਾ ਪੈਂਦਾ। ਮੇਰੇ ਫਾਦਰ ਨੇ ਆਪਣੀ ਜ਼ਮੀਨ ਤੇ ਲੋਨ ਲੈ ਕੇ ਲਿਮਿਟ ਚੱਕ ਕੇ ਮੇਰੀ ਪਹਿਲੀ ਸਿਸਟਰ ਦਾ ਵਿਆਹ ਕਰਾਇਆ। 1 ਕਰੋੜ ਰੁਪਏ ਦੀ ਲਿਮਿਟ ਚੱਕੀ। ਆਪਣੀ ਫਾਈਨੈਂਸ਼ੀਅਲ ਡਿਟੇਲਸ ਕੋਈ ਦੱਸਦਾ ਨਹੀਂ ਹੁੰਦਾ, ਹੁਣ ਅਸੀਂ ਮਜਬੂਰ ਹਾਂ ਔਰ ਮੈਨੂੰ ਕੁਝ ਲੁਕਾਉਣਾ ਵੀ ਨਹੀਂ ਹੈ। ਸੋ ਮੇਰੇ ਫਾਦਰ ਨੇ 2016 'ਚ 1 ਕਰੋੜ ਰੁਪਏ ਦਾ ਲੋਨ ਲਿੱਤਾ। ਉਹਦੇ ਵਿੱਚੋਂ ਜੋ ਸਾਡੇ ਕੋਲ ਪੈਸੇ ਆਏ, ਅਸੀਂ ਇੱਕ ਪਾਸੇ ਡਾਇਰੀਜ਼ ਲਿਖਦੇ ਰਹਿੰਦੇ ਸੀ, ਇੱਕ ਪਾਸੇ ਪੇਮੈਂਟਸ ਕਰਦੇ ਰਹਿੰਦੇ ਸੀ। ਉਹ ਡਾਇਰੀ ਉਹਨਾਂ ਕੋਲ ਚਲੇਗੀ, ਇੱਕ ਉਹਨਾਂ ਨੇ ਸਾਡੇ ਇਨਕਮ ਦੇਖ ਲਈ ਕਿ ਤੁਹਾਡੀ ਇਨਕਮ। 2019 'ਚ ਫਿਰ ਮੇਰਾ ਵਿਆਹ ਹੋਇਆ। ਫਿਰ ਮੇਰੇ ਫਾਦਰ ਨੇ 1 ਕਰੋੜ ਰੁਪਏ ਦੀ ਇੱਕ ਹੋਰ ਦੀ ਲੋਨ ਲਿੱਤਾ। ਠੀਕ ਹੈ, ਸਾਡੇ 60-65 ਕਿੱਲੇ ਜੋ ਜ਼ਮੀਨ ਹੈ ਉਹ ਤੇ ਤੁਸੀਂ ਪਤਾ ਲਿਮਿਟ ਲੈ ਸਕਦੇ ਹੋ ਐਗਰੀਕਲਚਰ ਜ਼ਮੀਨ। ਫਿਰ ਜਦ ਮੇਰਾ ਵਿਆਹ ਹੋਇਆ ਤੇ ਇਸ ਘਰ ਨੂੰ ਥੋੜਾ ਰੈਨੋਵੇਟ ਕਰਨਾ ਸੀ ਕਿਉਂਕਿ ਵਿਆਹ ਦਾ ਸਮਾਂ ਸੀਗਾ, ਤਾਂ ਉਹਦੇ ਵਾਸਤੇ ਫਿਰ 1 ਕਰੋੜ ਰੁਪਏ ਦਾ 3 ਕਰੋੜ ਰੁਪਏ ਦਾ ਲੋਨ। ਹੁਣ ਇਹਨਾਂ ਨੇ ਜੋ ਕੈਲਕੂਲੇਸ਼ਨ ਦਿੱਤੀ ਹੈ ਕੋਰਟ ਨੂੰ, ਸਾਨੂੰ ਇਹਨਾਂ ਨੇ ਕੁਝ ਨਹੀਂ ਦੱਸਿਆ ਕਿ ਅਸੀਂ ਤੁਹਾਨੂੰ ਅਰੈਸਟ ਕਿਉਂ ਕਰ ਰਹੇ। ਉਹ ਤੇ ਮੈਂ ਫਿਰ ਆਊਂਗਾ ਕਿ ਕਿਉਂ ਕਾਨੂੰਨੀ ਤੌਰ ਤੇ ਔਰ ਕਿਉਂ ਕਨਸਟੀਟਿਊਸ਼ਨ ਦੇ ਖਿਲਾਫ ਇਹ ਹੁਣ ਈਡੀ ਤੁਰੀ ਹੋਈ ਹੈ। ਸੋ 3 ਕਰੋੜ ਰੁਪਇਆ ਹੁਣ ਇਹਨਾਂ ਨੇ ਕੈਲਕੂਲੇਸ਼ਨ ਕੀਤੀ ਕਿ ਤੁਹਾਡਾ ਆਮਦਨ ਐਕਸ ਹੈ ਤੇ ਤੁਸੀਂ 3 ਕਰੋੜ ਕੁਛ ਰੁਪਏ ਜ਼ਿਆਦਾ ਖਰਚਾ ਕੀਤਾ। 3 ਕਰੋੜ ਰੁਪਏ ਦਾ ਤਾਂ ਸਾਡੇ ਲੋਨ, ਕੱਲੀ ਚੀਜ਼ ਦਾ ਜਵਾਬ ਦੇ ਚੁੱਕੇ ਮੇਰੇ ਫਾਦਰ ਉੱਥੇ ਈਡੀ ਦੇ ਕੋਲ ਜਾ ਕੇ। ਲੋਨ ਸਟੇਟਮੈਂਟ, ਲੋਨ ਦੇ ਅੰਦਰ ਕਿੰਨਾ ਖਰਚਾ, ਉਹ ਸਾਡੇ ਤਾਂ ਜੇ ਮੈਂ ਗਲਤ ਨਾ ਹੋਵਾਂ ਸਾਲ ਦਾ 18 ਜਾਂ 20 ਲੱਖ ਰੁਪਏ ਦਾ ਇੰਟਰਸਟ ਘੁੰਮਦਾ। ਉਹ ਸਾਈਕਲ ਤਾਂ ਚੱਲੀ ਜਾਣਾ ਲਿਮਿਟ ਤੇ। ਜਿਹੜਾ ਬੰਦਾ ਮਨੀ ਲਾਂਡਰਿੰਗ ਕਰਦਾ ਹੋਏ, ਕਰੋੜਾਂ ਦੇ ਉਹਦੀ ਤੋਂ ਕੁਝ ਹੋਵੇ ਪੈਸਾ, ਤਾਂ ਉਹ 20 ਲੱਖ ਰੁਪਏ ਐਵੇਂ ਵੇਸਟ ਕਰੀ ਜਾਊਗਾ ਯਾਰ। ਕਿਹੜੇ ਬੰਦੇ ਨੂੰ ਚੰਗਾ ਲੱਗਦਾ ਕਿ ਮੇਰੇ ਸਿਰ ਤੇ ਲਾਇਬਿਲਿਟੀ ਹੋਵੇ? ਸੋ ਇਹ ਸਾਰੀਆਂ ਬੇਬੁਨਿਆਦ ਗੱਲਾਂ ਨੇ। ਹਾਂ, ਹੁਣ ਮੈਂ ਅੱਗੇ ਜਾਣ ਤੋਂ ਪਹਿਲੇ ਨਾ ਮੈਂ ਤੁਹਾਨੂੰ ਦੱਸਦਾ, ਇੱਕ ਹੋਰ ਮੇਰੇ ਵਕੀਲ ਭਰਾ ਸਾਰੇ ਮੰਨਣਗੇ, ਕਨਸਟੀਟਿਊਸ਼ਨ ਆਫ ਇੰਡੀਆ ਇੱਕ ਗਾਰੰਟੀ ਕਰਦਾ ਹੈ ਫ੍ਰੀ ਐਂਡ ਫੇਅਰ ਟਰਾਇਲ, ਕਿ ਹਰ ਇੱਕ ਬੰਦਾ ਭਾਵੇਂ ਵੱਡਾ ਛੋਟਾ, ਬੁੱਢਾ ਅਮੀਰ ਗਰੀਬ ਜੋ ਵੀ ਹੈ, ਉਹਨੂੰ ਇੱਕ ਬਰਾਬਰ ਕਾਨੂੰਨ ਦੇ ਹੱਕ 'ਚ ਰੱਖਿਆ ਜਾਊਗਾ। ਤੇ ਜਦ ਉਹਨੂੰ ਅਰੈਸਟ ਕੀਤਾ ਜਾਊਗਾ ਉਹਨੂੰ ਦੱਸਿਆ ਜਾਊਗਾ ਕਿ ਯਾਰ ਆਹ ਤੇਰਾ ਪਰਚਾ, ਤੁਸੀਂ ਕਿਸੇ ਦਾ ਜੇ ਵਾਹ ਪਿਆ ਹੋਏ ਲੀਗਲ ਸਿਸਟਮ 'ਚ ਉਹਨੂੰ ਪਤਾ ਹੋਊਗਾ ਕਿ ਯਾਰ ਆਹ ਤੇਰਾ ਪਰਚਾ, ਆਹ ਤੇਰੀ ਬੇਲ ਹੈ, ਆਹ ਤੇਰਾ ਸੋ ਐਂਡ ਸੋ। ਮੇਰੇ ਫਾਦਰ ਨੂੰ ਮੈਂ ਕੱਲ੍ਹ ਰਿਮਾਂਡ ਵਿੱਚ ਗਿਆ, ਸਾਨੂੰ ਪਤਾ ਹੀ ਨਹੀਂ ਕਿਸ ਗਰਾਊਂਡ ਤੇ ਉਹਨਾਂ ਨੇ ਸਾਨੂੰ ਅਰੈਸਟ ਕੀਤਾ। 9 ਪੇਜ ਇੱਕ ਵਾਰ ਮੇਰੇ ਫਾਦਰ ਨੂੰ ਪੜ੍ਹਾਤੇ, ਤੁਸੀਂ 9 ਪੇਜ ਅੱਜ ਪੜ੍ਹੋ, ਤੁਸੀਂ ਕੱਲ੍ਹ ਤੱਕ ਭੁੱਲ ਜਾਂਦੇ ਹੋ ਕਿ ਕੀ ਐਲੀਗੇਸ਼ਨ ਨੇ। ਉਹਨਾਂ ਨੇ ਉਹ ਕਰਾ ਕੇ ਕੋਰਟ ਵਿੱਚ ਸਾਨੂੰ 3 ਗੱਲਾਂ ਪਤਾ ਚੱਲੀਆਂ ਜੋ ਉਹਨਾਂ ਦੇ ਵਕੀਲ ਨੇ ਆਰਗੂ ਕੀਤਾ। ਅੱਜ ਮੈਂ ਤੁਹਾਡੇ ਅੱਗੇ ਉਹ ਗੱਲ ਕਰ ਰਿਹਾ, ਮੈਨੂੰ ਸਾਡੇ ਕੋਲ ਕੋਈ ਕਾਗਜ਼ ਨਹੀਂ ਹੈ, ਸਾਡੇ ਕੋਲ ਰਿਮਾਂਡ ਐਪਲੀਕੇਸ਼ਨ ਨਹੀਂ ਹੈ, ਗਰਾਊਂਡਸ ਆਫ ਅਰੈਸਟ ਨਹੀਂ ਹੈ, ਕੁਛ ਨਹੀਂ ਹੈ। ਸੋ ਇੱਕ ਔਰ ਕਨਸਟੀਟਿਊਸ਼ਨ ਇੱਕ ਪਾਸੇ ਕਹਿੰਦਾ ਕਿ ਹਰ ਇੱਕ ਬੰਦੇ ਦਾ ਅਧਿਕਾਰ ਹੈ ਇਹ ਸਾਰਾ ਕੁਝ। ਸੋ ਇਹਨਾਂ ਨੇ ਕਨਸਟੀਟਿਊਸ਼ਨ ਰੱਖਣ ਦਾ ਫਾਇਦਾ ਕੀ ਹੈ ਯਾਰ? ਮੈਂ
5 ਸਾਲ ਲਾਅ ਪੜ੍ਹੀ, ਉਹਦਾ ਮੈਨੂੰ ਤਾਂ ਕੋਈ ਗੱਲ ਹੀ ਨਹੀਂ ਸਮਝ ਆਈ ਕਿ ਜੇ ਤੁਸੀਂ ਇਦਾਂ ਹੀ ਕਾਰਵਾਈ ਤੇ ਇਦਾਂ ਹੀ ਟ੍ਰਾਇਲ ਤੇ ਇਦਾਂ ਹੀ ਅਰੈਸਟ ਪਾਣੀ ਤਾਂ ਦਫਾ ਕਰੋ ਯਾਰ। ਸਾਡੇ 5 ਸਾਲ ਵੀ ਵੇਸਟ ਕੀਤੇ, ਸਾਨੂੰ ਸਿੱਧਾ ਜਾ ਕੇ ਕੋਰਟਾਂ 'ਚ ਭੇਜੋ, ਅਸੀਂ ਦੇਖਦੇ ਹਾਂ ਕਿੱਦਾਂ ਸਿੱਖ ਲੈਂਦੇ ਉੱਥੋਂ। $1 ਲੱਖ ਦੀ ਗੱਲ ਆਉਂਦੀ ਹੈ। 2016 'ਚ ਮੇਰੇ ਫਾਦਰ ਆਮ ਆਦਮੀ ਪਾਰਟੀ ਦੇ ਵਿੱਚ ਸੀਗੇ, ਸਪੋਕਸ ਪਰਸਨ ਸੀ। ਮੇਰੇ ਕੋਲ ਕਾਗਜ਼ ਪਏ, ਮੈਂ ਤੁਹਾਨੂੰ, ਤੁਸੀਂ ਮੇਰੇ ਤੋਂ ਫੋਟੋ ਲੈ ਲਿਓ ਉਹਦੀ ਜੇ ਤੁਸੀਂ ਮੈਨੂੰ। ਹਾਂ, ਤੇ 2016 ਵਿੱਚ ਮੇਰੇ ਫਾਦਰ ਨੂੰ ਕੇਜਰੀਵਾਲ ਨੇ ਇੱਕ USA ਟੂਰ ਵਾਸਤੇ ਭੇਜਿਆ, ਉਹ ਪੋਸਟਰ ਛਪਵਾਏ ਬਕਾਇਦਾ। ਉਹਨਾਂ ਦਾ US ਆਮ ਆਦਮੀ ਪਾਰਟੀ US ਪੇਜ ਜਾਂ ਕੋਈ ਇੱਦਾਂ ਦਾ ਨਾਮ ਦਾ ਪੇਜ ਆ ਜਿਹਦਾ ਬਲੂ ਟਿਕ ਹੈ। ਮੇਰੇ ਫਾਦਰ ਨੂੰ ਕਿਹਾ ਕਿ ਖਹਿਰਾ ਸਾਹਿਬ ਤੁਹਾਡੀ NRIs ਵਿੱਚ ਤੁਹਾਡੀ ਇੱਕ ਅੱਛੀ ਅਪੀਲ ਹੈ, ਤੁਸੀਂ ਸਾਡੇ ਵੱਲੋਂ ਜਾਓ। ਤੇ ਉੱਥੇ 16 ਸ਼ਹਿਰਾਂ ਦਾ ਇਹਨਾਂ ਨੇ ਇੱਕ ਟ੍ਰਿਪ ਬਣਾ ਕੇ ਭੇਜਿਆ, ਤੁਸੀਂ ਇਹਨਾਂ ਸ਼ਹਿਰਾਂ 'ਚ ਜਾਓ, ਉੱਥੇ ਤੁਸੀਂ ਮੀਟਿੰਗ ਕਰੋ, ਸਪੀਚ ਦਿਓ, ਟੇਬਲ ਲੱਗੇ ਹੋਏ ਸਾਰੇ ਉੱਥੇ, ਫੰਡ ਰੇਜ਼ਿੰਗ। ਮਤਲਬ ਫੰਡ ਰੇਜ਼ਿੰਗ ਕਰਦੇ ਰਹੇ ਆਮ ਆਦਮੀ। ਹੁਣ ਵੀ ਜਿਹੜਾ ਕਿਤੇ ਜਿਵੇਂ ਮੰਨ ਲਓ ਆਪਾਂ ਕਿ ਚਾਹ ਤੇ ਹੋ ਗਿਆ ਚਰਚਾ ਜਾਂ ਜੋ ਵੀ, ਇਹ ਜਾਣਦੇ ਦੁਨੀਆ ਜਿਹੜੇ ਦੇਖ। ਇਹਦਾ ਤਾਂ ਜਰਨੈਲ ਸਿੰਘ, ਇਫ ਆਮ ਨੋਟ ਰੋਂਗ, ਨੇ ਤਾਂ YouTube ਤੇ ਵੀਡੀਓ ਪਾਈ ਕਿ ਸਾਨੂੰ ਪੈਸਾ ਦਿਓ। ਮਤਲਬ ਨਹੀਂ, ਹਾਂ ਸੱਚਾਈ ਮੈਂ ਤੁਹਾਨੂੰ ਦੱਸਦਾ ਕਿਉਂ ਠੀਕ ਹੈ ਫੰਡ ਰੇਜ਼ਿੰਗ ਕਰਦੇ ਸੀ, ਠੀਕ ਹੈ। ਮੇਰੇ ਫਾਦਰ ਉਸ ਟਾਈਮ ਪਾਰਟੀ ਸੀ, ਸਾਡਾ ਫਰਜ਼ ਸੀਗਾ, ਅਸੀਂ ਮਿਹਨਤ ਕੀਤੀ। ਪਾਪਾ 16 ਸ਼ਹਿਰਾਂ ਜਾ ਕੇ ਉਹਨਾਂ ਨੇ ਫੰਡ ਰੇਜ਼ਿੰਗ ਕੀਤੀ। ED ਨੇ ਜਦ ਇਹ ਡਾਇਰੀ ਫੜੀ, ਉਹਦੇ ਵਿੱਚ ਕਿਤੇ ਲਿਖਿਆ ਹੋਣਾ, ਕਿਉਂਕਿ ਗਲਤੀ ਸਾਡੀ ਕਿ ਅਸੀਂ, ਕਿਉਂਕਿ ਸਾਫ਼ ਦਿਲ ਦਾ ਬੰਦਾ ਜਦ ਹੁੰਦਾ ਨਾ, ਉਹਦੇ ਦਿਲ 'ਚ ਚੋਰੀ ਨਹੀਂ ਹੁੰਦੀ ਕਿ ਯਾਰ ਮੈਂ ਗਲਤ ਕੀ ਲਿਖ ਰਿਹਾ, ਇਹ ਤਾਂ ਸਹੀ ਗੱਲ ਹੈ ਸਾਰੀ। ਸੋ ਜਦ ED ਨੇ ਪੁੱਛਿਆ ਤੇ ਮੇਰੇ ਫਾਦਰ ਨੇ ਸਹੀ ਪਹਿਲੇ ਦਿਨ ਹੀ ਦੱਸਤਾ ਕਿ ਯਾਰ ਮੈਨੂੰ ਇਹਨਾਂ ਨੇ ਭੇਜਿਆ ਸੀਗਾ ਤੇ ਇਹ ਮੇਰੇ ਕੋਲ ਰੀਜ਼ਨ ਹੈ। ਇਹਨਾਂ ਨੇ ਆਮ ਆਦਮੀ ਪਾਰਟੀ ਦਾ ਸੈਕਟਰੀ ਨੂੰ ਸਮਨ ਕੀਤਾ। ਉਹ ਆ ਕੇ ਕਹਿੰਦਾ ਕਿ ਜੀ ਅਸੀਂ ਭੇਜਿਆ ਹੀ ਨਹੀਂ ਕਦੀ ਇਹਨੂੰ ਕਿਸੇ ਕਿਤੇ, ਕੋਰਾ ਨਾ ਕਰ ਗਿਆ। ਮਤਲਬ ਕਿ ਆਮ ਆਦਮੀ ਵਾਲੇ ਮੁੱਕਰ ਹੀ ਗਏ, ਕੋਰੀ ਨਾ। ਜੇ ਮੇਰੇ ਫਾਦਰ ਦਾ ਕੇਜਰੀਵਾਲ ਨਾਲ ਤੁਹਾਨੂੰ ਪਤਾ ਹੀ ਅਨਬਨ ਹੈ, ਉਹ ਇੱਕ ਐਂਟੀ ਸਿੱਖ ਉਹਦਾ ਵਤੀਰਾ ਹੈ ਔਰ ਐਂਟੀ ਪੰਜਾਬੀ ਪਾਲਿਸੀਜ਼ ਹੈ ਉਹਦੀਆਂ। ਚਲੋ ਉਹ ਛੱਡੋ, ਉਹਦੇ ਅੰਦਰ ਮੈਂ ਹੁਣ ਜਾਣਾ ਵੀ ਨਹੀਂ ਹੈ। ਉਹਨਾਂ ਨੂੰ ਲੋਕ, ਪੰਜਾਬ ਦੇ ਲੋਕ ਆਪਣੇ ਆਪ ਉਹਨਾਂ ਨੂੰ ਕੱਲੇ ਬੰਦੇ ਨੂੰ ਜਵਾਬ ਦੇ ਰਹੇ ਨੇ ਉਹਨਾਂ ਦੇ। ਸੋ ਉਹ ਕੋਰੀ ਨਾ ਕਰ ਗਏ। ਉਹ ED ਵਾਲਿਆਂ ਨੇ ਉਹਨਾਂ ਦੀ ਗੱਲ ਜ਼ਿਆਦਾ ਮੰਨੀ। ਮੇਰੇ ਫਾਦਰ ਨੇ ਜੋ ਡਾਕੂਮੈਂਟਰੀ ਐਵੀਡੈਂਸ ਪੇਸ਼ ਕੀਤਾ, ਉਹਨਾਂ ਨੇ ਉਹ ਰਿਕਾਰਡ ਤੇ ਨਹੀਂ ਲਿਆ। ਮੇਰੇ ਫਾਦਰ ਇਹ ਗੱਲ ਸਮਝ ਗਏ। 10 ਤਰੀਕ ਨੂੰ ਉਹਨਾਂ ਦਾ ਸਮਨ ਸੀਗਾ, 10 ਤਰੀਕ ਨੂੰ ਉਹਨਾਂ ਨੇ ਪੇਸ਼ ਹੋਏ। ਉਹਨਾਂ ਨੇ ਕਿਹਾ ਕਿ ਤੁਸੀਂ ਮੇਰਾ ਰਿਕਾਰਡ ਕਰੋ। ਉਹਨਾਂ ਨੇ ਆਨਸਰ ਨਹੀਂ ਰਿਕਾਰਡ ਕੀਤਾ ED ਨੇ। ਇਹ $1 ਲੱਖ ਵਾਲੀ ਗੱਲ ਤੇ $1 ਲੱਖ ਮੇਰੇ ਫਾਦਰ ਕਹਿੰਦੇ ਕਿ ਮੈਨੂੰ ਲੱਗਦਾ ਹੈ ਕਿ ਕੁਝ ਗਲਤ ਹੈ। 11 ਤਰੀਕ ਜਿਸ ਦਿਨ ਅਰੈਸਟ ਪੈਂਦੀ ਹੈ, ਉਸ ਦਿਨ ਅਰੈਸਟ ਪੈਂਦੀ ਹੈ 3 ਵਜੇ। ਮੇਰੇ ਕੋਲ ਸਾਰਾ ਡਾਕੂਮੈਂਟਰੀ ਐਵੀਡੈਂਸ ਹੈ, ਮੈਂ ਕੋਈ ਝੂਠ ਨਹੀਂ ਬੋਲ ਰਿਹਾ। 12:30 ਜਾਂ 25-30 ਤੇ ਮੇਰੇ ਫਾਦਰ ਨੇ IO ਨੂੰ ਈਮੇਲ ਲਿਖੀ ਕਿ ਤੁਹਾਡਾ ਕੁਐਸਚਨ ਸੀਗਾ $1 ਲੱਖ ਦਾ, ਦਿਸ ਇਜ਼ ਮਾਈ ਐਵੀਡੈਂਸ। ਮੇਰੇ ਫਾਦਰ ਜਦ ਵੀ ਗੱਲ ਕਰਦੇ ਤੱਥਾਂ ਦੇ ਆਧਾਰ ਤੇ ਗੱਲ ਕਰਦੇ, ਐਂ ਨਹੀਂ ਗੱਲ ਕਰਦੇ। ਤਾਂ ਉਹਨਾਂ ਨੇ ਸਾਰਾ ਇੱਕ ਈਮੇਲ ਲਿਖੀ, ਨਾਲ ਸਾਰੀਆਂ ਫੋਟੋਆਂ ਲਾਈਆਂ। ਟੋਪੀ ਵਾਲੇ ਬੰਦੇ ਟੇਬਲਾਂ ਤੇ ਬੈਠੇ ਪੈਸੇ ਗਿਣ ਰਹੇ ਨੇ। ਉਹ ਟੋਪੀ ਵਾਲੇ ਬੰਦੇ ਸਾਨੂੰ ਪੈਸੇ ਦੇਣਗੇ? ਉਹ ਤਾਂ ਉਹਨਾਂ ਦਾ ਪਾਰਟੀ ਫੰਡ ਸੀ, ਉਹ ਪਤਾ ਨਹੀਂ ਉਹਨਾਂ ਨੇ ਡਿਕਲੇਅਰ ਕੀਤਾ ਨਹੀਂ ਕੀਤਾ, ਇਟ ਇਜ਼ ਇਮਟੀਰੀਅਲ, ਉਹ ਉਹਨਾਂ ਦਾ ਜਵਾਬ ਹੈ। ਦੂਜੀ ਗੱਲ, ਮਨੀ, ਦਿਸ ਇਜ਼ ਨਾਟ ਮਨੀ ਲਾਂਡਰਿੰਗ। ਕਨਫਿਊਜ਼ ਹੋ ਰਹੇ ਆ, ED ਕਨਫਿਊਜ਼ ਕੀਤੀ ਜਾ ਰਹੀ ਹੈ। ਇਹ ਮਨੀ ਲਾਂਡਰਿੰਗ ਤਦ ਹੁੰਦੀ ਜਦ ਇਹ ਵਾਲਾ ਪੈਸਾ ਜਿਹਦਾ ਜ਼ਿਕਰ ਕਰ ਰਿਹਾ, ਇਹ ਆਂਦਾ ਡਰੱਗ ਮਨੀ ਤੋਂ। ਔਰ ਜੇ ਇਹ ਪੈਸਾ ਇੱਦਾਂ ਆ ਰਿਹਾ, ਇਹ ਫੈਮਾ ਔਰ ਫੈਰਾ ਦੀ ਵਾਇਲੇਸ਼ਨ ਹੈ। ਜੇ ਤੇ ਕੋਈ ਅਰੈਸਟ ਨਹੀਂ ਕਰ ਸਕਦਾ, ਪੈਨਲਟੀ ਲਾ ਸਕਦੇ ਕਿ ਤੁਸੀਂ ਇੰਨਾ ਪੈਸਾ ਲੈ ਕੇ ਆਏ ਹੋ, ਉਹਦਾ ਇੰਨਾ ਜੁਰਮਾਨਾ ਭਰੋ। ਫੋਰਨ ਫੰਡਿੰਗ ਨੂੰ ਬਲੈਕ ਮਨੀ ਬਣਾ ਕੇ ਉਹਨਾਂ ਨੇ ਮੇਰੇ ਫਾਦਰ ਨੂੰ ਅਰੈਸਟ ਕੀਤਾ। ਇਹ ਸੱਚ ਹੈ ਔਰ ਮੈਂ ਤੁਹਾਨੂੰ ਹੁਣੇ ਪ੍ਰੂਫ ਦੇ ਦੂੰਗਾ, ਕੱਲੀ ਗੱਲ ਦਾ ਪ੍ਰੂਫ ਦਊਂਗਾ। ਮੇਰੇ ਫਾਦਰ ਕੋਲ ਡਾਊਨ ਟੂ ਦਾ ਪੈਸਾ ਜੋ ਹੁੰਦਾ ਹੈ ਉਹਦੀ ਐਕਸਪਲੇਨੇਸ਼ਨ ਆ। ਤੇ ਹੁਣ ਜਦੋਂ ਇਹ ਚੱਲ ਰਿਹਾ, ਹੁਣ 18 ਤਰੀਕ ਤੱਕ ਅਰੈਸਟ ਹੋਈ। ਹਾਂਜੀ, ਉਹਨਾਂ ਨੂੰ 18 ਤਰੀਕ ਦਾ ਰਿਮਾਂਡ ਦਿੱਤਾ ਗਿਆ ਹੈ। 14 ਦਿਨ ਦਾ ਉਹਨਾਂ ਨੇ ਰਿਮਾਂਡ ਮੰਗਿਆ ਸੀ, 6 ਦਿਨ ਦਾ ਰਿਮਾਂਡ ਜੱਜ ਸਾਹਿਬ ਨੇ ਦਿੱਤਾ। ਇਹ ਹੁਣ ਤੁਸੀਂ ਤਾਂ ਮਿਲ ਕੇ ਆਉਂਦੇ ਰਹਿੰਦੇ, ਖਹਿਰਾ ਸਾਹਿਬ ਕਿਵੇਂ ਨੇ, ਚੜ੍ਹਦੀ ਕਲਾ 'ਚ ਨੇ, ਕਿਸ ਤਰ੍ਹਾਂ ਦਾ? ਬਹੁਤ ਜ਼ਿਆਦਾ ਜੀ। ਉਹਨਾਂ ਨੂੰ ਤੁਸੀਂ ਗੁਰਪ੍ਰੀਤ ਤਾਂ ਪਰਸਨਲੀ ਜਾਣਦੇ ਹੋ ਉਹਨਾਂ ਨੂੰ। ਮੇਰੇ ਫਾਦਰ ਨਾਲ ਕੋਈ ਡਰਨ ਜਾਂ ਘਬਰਾਉਣ ਵਾਲਾ ਉਹ ਮਰਦ ਨਹੀਂ ਹੈ। ਉਹ ਖੜ ਕੇ ਲੜਨ ਵਾਲੇ। ਮੇਰੇ ਫਾਦਰ ਨੇ ਤਾਂ, ਮੇਰੇ ਦਾਦਾ ਜੀ, ਮੈਂ ਪਾਪਾ ਜੀ ਕਹਿੰਦਾ ਸੀ, ਪਾਪਾ ਜੀ ਦੇ ਟਾਈਮ ਤਾਂ ਮੇਰੇ ਦਾਦਾ ਜੀ ਨੇ ਅਗਰਤਲਾ, ਤ੍ਰਿਪੁਰਾ, ਐਡੀ ਦੂਰ ਸ਼ਾਇਦ ਮੈਂ ਤਾਂ ਕਦੀ ਉਹ ਜਗ੍ਹਾ ਦੇਖੀ ਵੀ ਨਹੀਂ, ਉੱਥੇ ਔਨ ਐਂਡ ਆਫ 10 ਸਾਲ ਜੇਲ੍ਹ ਕੱਟੀ ਹੈ। ਆਰਮੀ ਸਾਡੇ ਆ ਕੇ ਘਰੇ ਸਾਨੂੰ ਇੱਦਾਂ ਤੰਗ ਕਰਦੀ ਰਹੀ ਹੈ। ਮੇਰੇ ਫਾਦਰ ਕੋਈ ਡਰਨ ਵਾਲਾ ਇਨਸਾਨ ਨਹੀਂ ਹੈ। ਅਸੀਂ ਤਾਂ ਇਹ ਲੜਾਈ 5 ਦਹਾਕਿਆਂ ਤੋਂ ਲੜਦੇ ਆ ਰਹੇ ਹਾਂ। ਹੁਣ ਮੇਰੀ ਵਾਰੀ ਆ, ਹੁਣ ਮੈਂ ਲੜੂੰਗਾ।
ਸਿੰਪਲ ਜੀ ਗੱਲ ਇਹ ਵੀ ਗੱਲ ਆ। ਜਿਵੇਂ ਲਾਸਟ ਸਵਾਲ ਆ ਹੁਣ, ਕਿਉਂਕਿ ਜਦੋਂ ਪਬਲਿਕ ਡੋਮੇਨ 'ਚ ਜਾਣਾ ਪੈਣਾ, ਇਹ ਤੋਂ ਬਾਅਦ ਮਹਿਤਾਬ ਖਹਿਰੇ ਦੀ ਕੀ ਤਿਆਰੀ ਆ ਹੁਣ? ਕਿਉਂਕਿ ਫਾਦਰ ਸਾਹਿਬ ਜੇਲ੍ਹ 'ਚ ਚਲੇ ਗਏ ਆ, ਮੰਨ ਲਓ ਇੱਕ ਵਾਰੀ 10 ਦਿਨਾਂ ਵਾਸਤੇ, ਫਿਰ ਕਿਉਂਕਿ ਉੱਪਰ ਆਪਾਂ ਕਿ ਵੋਟਾਂ ਵੀ ਨੇੜੇ ਆ, ਲੋਕਾਂ ਨੂੰ ਵੀ ਕਨਵਿੰਸ ਕਰਨਾ, ਮੀਡੀਆ ਨੂੰ ਵੀ ਦੇਖਣਾ, ਤੇ ਕੀ ਲੱਗਦਾ ਵੀ ਮਹਿਤਾਬ ਵਾਸਤੇ ਜਿਹੜੀਆਂ ਹੁਣ ਜਿਹੜਾ ਹੈਗਾ ਕੰਡੀਸ਼ਨਾਂ ਇਸ ਤਰ੍ਹਾਂ ਦੀਆਂ ਬਣ ਗਈਆਂ ਵੀ ਹੁਣ ਜਿਹੜਾ ਹੈਗਾ ਮੈਦਾਨ 'ਚ ਉਤਰਨਾ ਪੈਣਾ? ਮੈਦਾਨ 'ਚ ਤਾਂ ਮੈਨੂੰ ਨਹੀਂ ਲੱਗਦਾ ਕੋਈ ਇਲੈਕਸ਼ਨ ਦਾ ਸਾਨੂੰ ਕੋਈ ਪ੍ਰੋਬਲਮ ਆਊਗੀ। ਸੁਖਪਾਲ ਸਿੰਘ ਖਹਿਰਾ ਨੇ ਆਪ ਇਹ ਇਲੈਕਸ਼ਨ ਲੜਾਂਗੇ, ਵਾਹਿਗੁਰੂ ਦਾ ਹੱਥ ਰਿਹਾ, ਅਸੀਂ ਜਿੱਤਾਂਗੇ ਵੀ ਆਰਾਮ ਨਾਲ। ਸਾਡੇ ਜਿਹੜੇ ਵਿਰੋਧੀ ਨੇ ਬੀਬੀ ਜਗੀਰ ਕੌਰ, ਉਹਨਾਂ ਬਾਰੇ ਸਾਰਾ ਸ਼ਾਇਦ ਪੰਜਾਬ ਹੀ ਜਾਣਦਾ ਉਹ ਕਿੱਦਾਂ ਦੇ ਇਨਸਾਨ ਨੇ। ਜਿੱਥੇ ਤੱਕ ਮੇਰੀ ਗੱਲ ਹੈ, ਆਫ ਕੋਰਸ ਮੇਰੇ ਮਨ ਤੇ ਥੋੜਾ ਜਿਹਾ ਜਾਂ ਮੇਰੇ ਤੇ ਪ੍ਰੈਸ਼ਰ ਪੈਂਦਾ ਹੈ, ਲੇਕਿਨ ਇਹ ਸਮਾਂ ਰੋਣ ਦਾ, ਡਰਨ ਦਾ, ਛੁਪ ਕੇ ਘਰ ਬਹਿਣ ਦਾ ਟਾਈਮ ਨਹੀਂ ਹੈ। ਇਹ ਸਮਾਂ ਆਪਣੇ ਦਿਮਾਗ ਨਾਲ, ਸਹਿਜ ਨਾਲ ਕੰਮ ਲੈ ਕੇ ਲੜਾਈ ਲੜਨ ਦਾ, ਔਰ ਉਹ ਅਸੀਂ ਆਪਣੀ ਅਗਲੀ ਰਣਨੀਤੀ, ਆਪਣੀ ਕਾਰਵਾਈ, ਮੈਂ ਕੋਰਟ ਦੀ ਕਚਹਿਰੀ ਦੀ ਵੀ ਲੜਾਈ ਲੜੂੰਗਾ। ਮੈਂ ਆਪਣੇ ਹਲਕੇ ਵਿੱਚ ਅੱਜ ਰਾਤ ਨੂੰ ਅਸੀਂ ਰਾਮਗੜ੍ਹ ਪਹੁੰਚ ਜਾਣਾ, ਕੱਲ ਸਵੇਰੇ ਆਪਣੀ ਵਰਕਰ ਮੀਟਿੰਗ, ਵਰਕਰ ਨਹੀਂ ਮੈਂ ਕਹੂੰਗਾ, ਆਪਣੇ ਪਰਿਵਾਰ ਨੂੰ, ਜਿਹੜੇ ਮੇਰੇ ਫਾਦਰ ਦੇ ਖਾਸ, ਜਿਨ੍ਹਾਂ ਦੇ ਬਦੌਲਤ ਅੱਜ ਅਸੀਂ ਇੱਥੇ ਪਹੁੰਚੇ ਹਾਂ, ਅਸੀਂ ਉਹ ਸਾਰੇ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਦੇ ਨਾਲ ਅਸੀਂ ਵਿਚਾਰ ਕਰਾਂਗੇ। ਉਹਨਾਂ ਨੂੰ ਮੈਂ ਭਰੋਸਾ ਦਿਵਾਉਂਗਾ ਕਿ ਜਿਹੜੀ ਕਾਰਵਾਈ ਹੈ, ਵੈਸੇ ਤਾਂ ਉਹ ਸਾਰਾ ਕੁਝ ਜਾਣਦੇ ਨੇ, ਉਹ ਸਾਡੇ ਹਲਕੇ ਦੇ ਜਿਹੜੇ ਕਈ ਲੋਕ ਨੇ, ਉਹ ਮੇਰੇ ਦਾਦਾ ਜੀ ਦੇ ਨਾਲ ਤ੍ਰਿਪੁਰਾ, ਉੜੀਸਾ, ਅਗਰਤਲਾ ਇੱਦਾਂ ਦੀ ਜੇਲ੍ਹਾਂ 'ਚ ਰਹਿ ਕੇ ਆਏ, ਉਹ ਸਾਡੇ ਨਾਲ ਖੜੇ ਨੇ। ਉਸ ਤੋਂ ਜ਼ਿਆਦਾ ਮੈਨੂੰ ਕੀ ਚਾਹੀਦਾ ਯਾਰ। ਸੋ ਤੁਸੀਂ ਸਮਾਂ ਦਿੱਤਾ, ਧੰਨਵਾਦ ਬਾਈ। ਥੈਂਕ ਯੂ। ਸੋ ਇਹ ਸਨ ਮਹਿਤਾਬ ਖਹਿਰਾ, ਜਿਨ੍ਹਾਂ ਦਾ ਸਿੱਧਾ ਸਿੱਧਾ ਕਹਿਣਾ ਕਿ ਜਿਹੜਾ ਹੈਗਾ ਸੁਖਪਾਲ ਸਿੰਘ ਖਹਿਰਾ ਜਿਹੜੇ ਬੇਕਸੂਰ ਨੇ, ਉਹਨਾਂ ਨੂੰ ਜਿਹੜਾ ਝੂਠਾ ਫਸਾਇਆ ਜਾ ਰਿਹਾ, ਤੇ ਬਾਕੀ ਉਹਨਾਂ ਨੇ ਸਾਰੇ ਕੇਸ ਨੂੰ ਜਿਹੜਾ ਬਾਈ ਡਿਟੇਲ ਤੁਹਾਨੂੰ ਸਨਮੁਖ ਰੱਖਿਆ। ਮੈਂ ਆਸ ਕਰਦਾ ਕਿ ਜਿਹੜਾ ਹੈਗਾ ਸਾਰੇ ਪੰਜਾਬੀ, ਖਾਸ ਕਰਕੇ ਚਾਹੇ ਦੇਸ਼ਾਂ ਵਿਦੇਸ਼ਾਂ ਦੇ, ਉਹ ਇਸ ਘੜੀ ਦੇ ਵਿੱਚ ਖਹਿਰਾ ਸਾਹਿਬ ਦੇ ਨਾਲ ਜ਼ਰੂਰ ਖੜਨਗੇ। ਕਾਰਨ ਹੈ ਕਿਉਂਕਿ ਜਿਹੜਾ ਬੰਦਾ ਆਪਾਂ ਗੱਲ ਕਰੀਏ, ਕਿਉਂਕਿ ਸੈਂਟਰ ਨਾਲ ਪੰਗਾ ਲਿਆ ਹੋਇਆ, ਸੈਂਟਰ ਨੇ ਕਿੱਥੇ ਸਾਡੇ 26 ਜਨਵਰੀ ਵੇਲੇ ਨੌਜਵਾਨ ਜੇਲ੍ਹਾਂ 'ਚ ਸੁੱਟੇ, ਠੀਕ ਆ। ਉਹ ਤੋਂ ਬਿਨਾਂ ਲਗਾਤਾਰ ਪੰਜਾਬ ਦੀ ਆਵਾਜ਼ ਨੂੰ ਦਬਾਉਣ ਵਾਸਤੇ ਅਲੱਗ-ਅਲੱਗ ਨੀਤੀਆਂ ਚੱਲਦੀਆਂ ਰਹਿੰਦੀਆਂ। ਸੋ ਸਾਨੂੰ ਇਸ ਵਕਤ ਜਿਹੜਾ ਹੈਗਾ ਪਾਰਟੀਬਾਜ਼ੀ ਤੋਂ ਉੱਠ ਕੇ ਜਿਹੜਾ ਹੈਗਾ ਪੰਜਾਬ ਦੇ ਉਹਨਾਂ ਪੁੱਤਰਾਂ ਨਾਲ ਖੜਨਾ ਚਾਹੀਦਾ ਜਿਹੜੇ ਪੰਜਾਬ ਵਾਸਤੇ ਹਮੇਸ਼ਾ ਖੜੇ। ਬਣੇ ਰਹੋ ਗੁਰਪ੍ਰੀਤ ਕੋਹਲੀ ਟੀਵੀ ਨਾਲ, ਗੁਰਪ੍ਰੀਤ ਕੋਹਲੀ ਫੇਸਬੁੱਕ ਪੇਜ ਨਾਲ। ਤੁਹਾਡਾ ਬਹੁਤ ਬਹੁਤ ਧੰਨਵਾਦ।